ਸੁਣਿਐ ਸਰਾਂ ਗੁਣਾ ਕੇ ਗਾ, ਸੁਣਿਐ ਸ਼ੇਖ ਪੀਰ ਪਾਤਸ਼ਾਹ। ਸੁਣਿਐ ਅੰਧੇ ਪਾਵੈ ਰਾਹ, ਸੁਣਿਐ ਹਾਥ ਹੋਵੈ ਅਸਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਆਪਾਂ 11 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। ਜਿਵੇਂ ਕਿ ਆਪਾਂ ਪਹਿਲੀਆਂ ਪੌੜੀਆਂ ਵਿੱਚ ਸਰਵਣ ਕਰ ਰਹੇ ਹਾਂ ਕਿ ਇਹ 4 ਪੌੜੀਆਂ 8, 9, 10 ਅਤੇ 11 ਨੰਬਰ ਪੌੜੀ ਦਾ ਜੋ ਅੰਤਰੀ ਭਾਵ ਹੈ ਲਗਭਗ ਇੱਕੋ ਹੀ ਹੈ, ਕਿਉਂਕਿ ਅਖੀਰਲੀਆਂ ਤੁਕਾਂ ਇਹਨਾਂ 4 ਪੌੜੀਆਂ ਦੀਆਂ ਸੇਮ ਹੀ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਨੇ ਵੀ ਨਾਨਕ ਭਗਤਾਂ ਸਦਾ ਵਿਗਾਸ, ਵੀ ਭਗਤਾਂ ਦੀ ਜ਼ਿੰਦਗੀ 'ਚ ਸਦਾ ਹੀ ਖੇੜਾ ਰਹਿੰਦਾ। ਜਿਵੇਂ ਆਪਾਂ ਪਹਿਲੀਆਂ ਪੌੜੀਆਂ ਵਿੱਚ ਦੁੱਖ ਦੀ ਡੈਫੀਨੇਸ਼ਨ, ਪਾਪ ਦੀ, ਪਾਪ ਕੀ ਹੁੰਦਾ ਹੈ, ਪਾਪ ਮਨ ਦੇ ਤਲ 'ਤੇ ਹੈ, ਦੁੱਖ ਕਿੰਨੇ ਕਿਸਮ ਦੇ ਨੇ। ਅੱਜ ਆਪਾਂ ਕੋਸ਼ਿਸ਼ ਕਰੀਏ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਭਗਤ ਦੇ ਵਿਕਾਸ ਦੀ ਗੱਲ ਕੀਤੀ ਹੈ, ਭਗਤ ਕਹਿੰਦੇ ਕਿਹਨੂੰ ਨੇ, ਕਿ ਭਗਤ ਦਾ ਕੋਈ ਪਹਿਰਾਵਾ ਵੀ ਵਿਸ਼ੇਸ਼ ਹੁੰਦਾ ਹੈ, ਭਗਤ ਦਿਸਦਾ ਕੋਈ ਵੱਖਰਾ ਹੈ। ਜਦੋਂ ਆਪਾਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਅਤੇ ਗੁਰਦੇਵ ਨੇ ਜਦੋਂ ਆਖਿਆ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਉਹ ਕਿਹੜਾ ਬਿਖਮ ਮਾਰਗ ਹੈ ਜਿਹਦੇ 'ਤੇ ਭਗਤ ਚੱਲਦੇ ਨੇ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਜਦੋਂ ਅਸੀਂ ਸਮਾਜ ਵਿੱਚ ਭਗਤ ਵੇਖਾਂਗੇ, ਕੋਈ ਤੁਹਾਨੂੰ ਸਮਾਜ ਵਿੱਚ ਤੁਸੀਂ ਵੇਖੋ ਕਿਸੇ ਨੇ ਪਹਿਰਾਵਾ ਪਾਇਆ, ਕੋਈ ਪੈਂਟ ਕਮੀਜ਼ ਪਾਈ, ਕੋਈ ਪੈਂਟ ਕੋਟ ਪਾਇਆ, ਉਹਦੀ ਜ਼ਿੰਦਗੀ ਦੇ ਵਿੱਚ ਕੋਈ ਵਿਸ਼ਾ ਵਕਾਰ ਨਹੀਂ, ਐਨ ਵਧੀਆ। ਤੁਸੀਂ ਐਸੇ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਕਦੀ ਭਗਤ ਕਹਿੰਦੇ ਨਹੀਂ ਸੁਣਿਆ ਹੋਏਗਾ, ਕਿਉਂਕਿ ਅਸੀਂ ਸਮਾਜ ਵਿੱਚ ਭਗਤ ਦੀ ਡੈਫੀਨੇਸ਼ਨ ਇੱਦਾਂ ਦੀ ਬਣਾ ਬੈਠੇ ਹਾਂ। ਜਿਹਨੇ ਇੱਦਾਂ ਦਾ ਪਹਿਰਾਵਾ ਪਾਇਆ ਹੋਵੇ, ਲੰਬਾ ਚੌੜਾ ਪਾਇਆ ਹੋਵੇ, ਬਾਹਰੋਂ ਪੂਰਾ ਉਹਨੇ ਸ਼ਿੰਗਾਰ ਕੀਤਾ ਹੋਵੇ, ਲੋਕ ਕਹਿੰਦੇ ਵੇਖੋ ਕਿੰਨਾ ਸੋਹਣਾ ਭਗਤ ਸੱਜਦਾ ਹੈ। ਨਹੀਂ, ਭਗਤ ਦੀ ਡੈਫੀਨੇਸ਼ਨ ਇਹ ਨਹੀਂ ਹੈ। ਜਦੋਂ ਬਾਣੀ 'ਚ ਆਖਿਆ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਉਹ ਕਿਹੜਾ ਕਾਰਨ ਸੀ, ਕਿਹੜੀ ਵਜ੍ਹਾ ਸੀ ਜਿਸ ਕਰਕੇ ਭਗਤਾਂ ਤੇ ਸੰਸਾਰੀਆਂ ਦਾ ਆਪਸ ਵਿੱਚ ਜੋੜ ਨਹੀਂ ਸੀ ਆਉਂਦਾ? ਗੁਰੂ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਅਤੇ ਗੁਰਦੇਵ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਉਹ ਵਿਸ਼ਿਆਂ ਵਕਾਰਾਂ ਲਾਲਚ ਤੋਂ ਹਟ ਕੇ ਆਪਣਾ ਜੀਵਨ ਜਿਉਂਦੇ ਨੇ, ਯਾਨੀ ਕਿ ਲਾਲਚ ਨਾਲ ਲੜਨਾ, ਹੰਕਾਰ ਨਾਲ ਲੜਨਾ, ਇਹ ਭਗਤ ਦੀ ਜ਼ਿੰਦਗੀ ਦੀ ਮੇਨ ਪਹਿਲ ਕਦਮੀ ਹੁੰਦੀ ਹੈ। ਅਤੇ ਜ਼ਿੰਦਗੀ 'ਚ ਖੇੜਾ ਬਣਿਆ ਰਹੇਗਾ। ਜਦੋਂ ਮਨੁੱਖ ਲਾਲਚ ਦੇ ਆਖੇ ਲਾ ਕੇ ਆਪਣੇ ਭਰਾਵਾਂ ਦੋਸਤਾਂ ਮਿੱਤਰਾਂ ਨਾਲ ਠੱਗੀਆਂ ਮਾਰਦਾ ਹੈ ਅਤੇ ਆਪਣੀ ਜ਼ਿੰਦਗੀ 'ਚੋਂ ਖੁਸ਼ੀ ਖੰਭ ਲਾ ਕੇ ਉੱਡ ਜਾਂਦੀ ਹੈ। ਜਦੋਂ ਬੰਦਾ ਹੰਕਾਰ ਦੇ ਪਿੱਛੇ ਲੱਗ ਕੇ ਕਿਸੇ ਦੇ ਨਾਲ ਲੜਦਾ ਹੈ, ਲਾਲਚ ਪਿੱਛੇ ਲੜ ਕੇ ਕਿਸੇ ਦੇ ਨਾਲ ਧੋਖਾ ਕਰਦਾ ਹੈ, ਪੈਸੇ ਤਾਂ 4 ਪ੍ਰਾਪਤ ਹੋ ਜਾਂਦੇ ਨੇ ਪਰ ਜ਼ਿੰਦਗੀ 'ਚ ਖੁਸ਼ੀ ਨਹੀਂ ਰਹਿੰਦੀ। ਨਾਨਕ ਭਗਤਾਂ ਸਦਾ ਕਿਉਂਕਿ ਖੇੜਾ ਬੜੀ ਵੱਡੀ ਚੀਜ਼। ਅੱਜ ਹੱਸਣਾ ਗਵਾ ਚੁੱਕੇ ਹਾਂ ਅਸੀਂ। ਹੱਸੋ, ਕਿਸੇ ਦਾ ਸਵਾਰ ਕੇ ਹੱਸੋ, ਕਿਸੇ ਦਾ ਵਿਗਾੜ ਕੇ ਨਾ ਹੱਸੋ, ਕਿਸੇ ਨੂੰ ਖਵਾ ਕੇ ਹੱਸੋ, ਕਿਸੇ ਦਾ ਖਾ ਕੇ ਨਾ ਹੱਸੋ, ਕਿਸੇ ਡਿੱਗੇ ਨੂੰ ਉਠਾ ਕੇ ਹੱਸੋ। ਬਾਣੀ ਹੱਸਣ ਤੋਂ ਮਨਾ ਨਹੀਂ ਕਰਦੀ, ਹੱਸ ਭਾਈ। ਪਰ ਮੈਂ ਆਪਣੀ ਜੀਵਨ, ਤੁਸੀਂ ਵੇਖਿਆ ਹੋਣਾ ਪਿੱਛੇ ਜੇ ਇੱਕ ਨਵਾਂ ਟਰੈਂਡ ਚੱਲਿਆ ਸੀ, ਆ ਪਾਰਕਾਂ ਵਿੱਚ ਜਾ ਕੇ ਉੱਚੀ ਉੱਚੀ ਹੱਸਦੇ ਸੀ। ਰਾਮਦੇਵ ਨੇ ਨਾ ਇੱਦਾਂ ਲੋਕਾਂ ਨੂੰ ਇਹੋ ਜਿਹਾ ਪੁੱਠਾ ਗੇੜਾ ਦਿੱਤਾ। ਉਹ ਕਹਿੰਦਾ ਸੀ ਵੀ ਤੁਸੀਂ ਪਾਰਕਾਂ ਜਾ ਕੇ ਤਾਂ ਸਵੇਰੇ ਮੈਂ ਲੁਧਿਆਣੇ ਵੇਖਦਾ ਹੁੰਦਾ ਸੀ, ਇੱਦਾਂ ਪਾਰਕਾਂ ਜਾ ਕੇ ਤਾੜੀਆਂ ਮਾਰਨੀਆਂ, ਫੁੱਲਾਂ ਵੱਲ ਵੇਖ ਕੇ ਹੱਸਣਾ। ਮੈਂ ਇਹ ਨਹੀਂ ਕਹਿੰਦਾ ਉਹ ਹੱਸਣਾ ਮਾੜਾ ਹੈ, ਹੱਸੋ। ਹੱਸਣਾ ਵੀ ਇੱਕ ਤੁਹਾਡੀ ਬੋਡੀ ਦੀ ਵਰਜਿਸ਼ ਹੈ, ਬਹੁਤ ਵਧੀਆ ਚੀਜ਼ ਹੈ। ਪਰ ਘਰਾਂ 'ਚ ਕਿਉਂ ਨਹੀਂ ਆਪਾਂ ਹੱਸਦੇ? ਅੱਜ ਪੋਤਰਿਆਂ ਨਾਲ ਹੱਸਣਾ, ਪੋਤਰੀਆਂ ਨਾਲ ਹੱਸਣਾ, ਆਪਣੇ ਪਰਿਵਾਰ ਦੇ ਜੀਆਂ ਨਾਲ ਹੱਸਣਾ ਅਸੀਂ ਗਵਾ ਹੀ ਬੈਠੇ। ਹਾਸਾ ਨਿਕਲ ਗਿਆ ਸਾਡੇ ਜੀਵਨ ਵਿੱਚੋਂ, ਮੁਰਝਾਇਆ ਪਿਆ ਬੰਦਾ। ਵੈਸੇ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਬੰਦਾ ਕਿੱਦਾਂ ਦਾ। ਤੁਸੀਂ ਆਪਣੀ ਜ਼ਿੰਦਗੀ 'ਚ ਕਈ ਬੰਦੇ ਵੇਖੇ ਹੋਣੇ ਨੇ
ਜਿਨ੍ਹਾਂ ਬਾਰੇ ਕਹਾਵਤਾਂ ਬਣ ਜਾਂਦੀਆਂ, ਪ੍ਰਚਲਿਤ ਹੋ ਜਾਂਦੀਆਂ ਵੀ ਜਿੱਦਣ ਇਹ ਹੱਸੇ ਉਦਣ ਮੀਂਹ ਪੈਂਦਾ, ਭਾਵ ਕਿ ਇਹਨੇ ਕਦੀ ਹੱਸ ਕੇ ਵੇਖਿਆ ਹੀ ਨਹੀਂ। ਹੱਸੋ ਬਾਣੀ ਦੇ ਬਹੁਤ ਪਿਆਰੇ ਸ਼ਬਦ ਵਰਤੇ ਦੇ ਨੇ ਵੀ ਖਾਣਾ ਪੀਣਾ ਹੱਸਣਾ ਸੌਣਾ, ਇਹ ਸ਼ਬਦ ਵਰਤੇ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ। ਖਾਣ ਤੋਂ ਪੀਣ ਤੋਂ ਹੱਸਣ ਤੋਂ ਸੌਣ ਤੋਂ ਗੁਰਮਤਿ ਮਨਾ ਥੋੜ੍ਹਾ ਕਰਦੀ, ਇਹ ਜ਼ਿੰਦਗੀ ਦੇ ਅੰਗ ਨੇ। ਪਰ ਵਿਸਰ ਗਿਆ, ਕੀ ਵਿਸਰ ਗਿਆ? ਸੱਚ ਖਸਮ। ਜਦੋਂ ਬੰਦਾ ਸੁਰਤ ਸੱਚ ਨਾਲੋਂ ਤੋੜ ਬਹਿੰਦਾ ਹੈ ਮਰਨਾ, ਉਦੋਂ ਆਤਮਿਕ ਤੌਰ 'ਤੇ ਮਰਨਾ ਹੀ ਮਰਨਾ ਇਹਨੇ। ਖਸਮ ਵਿਸਾਰ, ਜਦੋਂ ਬੰਦਾ ਖਸਮ ਨੂੰ ਵਿਸਾਰ ਦਿੰਦਾ ਸੱਚ ਨਾਲੋਂ ਇਹਦੀ ਦੂਰੀ ਬਣ ਜਾਂਦੀ ਹੈ। ਖਸਮ ਵਿਸਾਰ ਖੁਆਰੀ ਕੀਨੀ, ਸੱਚ ਨਾਲੋਂ ਜਦੋਂ ਇਹਦਾ ਨਾਤਾ ਟੁੱਟ ਗਿਆ ਇਹਦੇ ਪੱਲੇ ਖੁਆਰੀ ਪੈ ਗਈ ਅਤੇ ਤ੍ਰਿਗ ਜੀਵਨ ਨਹੀਂ ਰਹਿਣਾ। ਜੀਵਨ ਤ੍ਰਿਗ ਹੋ ਜਾਂਦਾ ਹੈ, ਲਾਹਣਤ ਭਰਿਆ ਜੀਵਨ ਹੋ ਜਾਂਦਾ ਹੈ। ਜੀਵਨ ਨਮੋਸ਼ੀ ਨਾਲ ਭਰ ਜਾਂਦਾ ਹੈ ਜਦੋਂ ਆਪਣੇ ਮਾਲਕ ਸੱਚ ਨਾਲੋਂ ਇਹਦਾ ਨਾਤਾ ਟੁੱਟ ਜਾਂਦਾ ਹੈ। ਬੜੇ ਪਿਆਰੇ ਸ਼ਬਦ ਵਰਤੇ ਨੇ। ਜਦੋਂ ਅਸੀਂ ਸੱਚ ਨਾਲ ਜੁੜਦੇ ਹਾਂ ਜ਼ਿੰਦਗੀ 'ਚ ਕਿੰਨਾ ਰਹੱਸ ਆਉਂਦਾ। ਹਰ ਬਿਸਰਤ ਸਦਾ ਖੁਆਰੀ, ਜਦੋਂ ਹਰੀ ਵਿਸਰ ਜਾਂਦਾ ਸੱਚ ਭੁੱਲ ਜਾਂਦਾ, ਜ਼ਿੰਦਗੀ 'ਚ ਬੰਦੇ ਦੇ ਖੁਆਰੀ ਪੱਲੇ ਪੈਂਦੀ ਹੈ। ਹਰ ਬਿਸਰਤ ਸਦਾ ਖੁਆਰੀ, ਅੱਗੇ ਸ਼ਬਦ ਵਰਤੇ ਤਾਂ ਕੋ ਧੋਖਾ ਕਹਾਂ ਵਿਆਪੈ। ਉਹਨੂੰ ਕੌਣ ਕੋਈ ਦੂਜਾ ਧੋਖਾ ਦੇ ਸਕਦਾ ਹੈ? ਜਾਂ ਕੋਟ ਤੁਹਾਰੀ, ਇੱਥੇ ਕਿਹਦੇ ਧੋਖੇ ਦੀ ਗੱਲ ਹੋ ਰਹੀ ਹੈ? ਕੋਈ ਵਿਕਾਰ ਉਹਨੂੰ ਧੋਖਾ ਨਹੀਂ ਦੇ ਸਕਦਾ। ਕੋਈ ਲਾਲਚ ਉਹਨੂੰ ਉਹਦਿਆਂ ਭਰਾਵਾਂ ਨਾਲ ਲੜਾ ਨਹੀਂ ਸਕਦਾ। ਕੋਈ ਹੰਕਾਰ ਉਹਦੀ ਬੇਇੱਜ਼ਤੀ ਨਹੀਂ ਕਰਾ ਸਕਦਾ। ਕੋਈ ਕਾਂ ਵਾਸ਼ਨਾਵਾਂ ਉਹਨੂੰ ਪਰਿਵਾਰ ਵਿੱਚ ਸਿਰ ਨੀਵਾਂ ਤੁਰ ਕੇ ਮਜਬੂਰ ਨਹੀਂ ਕਰਾ ਸਕਦੀ। ਵਿਕਾਰ ਹੀ ਨੇ ਨਾ ਇਹ ਜਿਹੜੇ 5 ਵਿਕਾਰ, ਇਹੋ ਹੀ ਤਾਂ ਬੰਦੇ ਨੂੰ ਥਾਂ ਥਾਂ 'ਤੇ ਸਿਰ ਨੀਵਾਂ ਕਰਨ ਲਈ ਮਜਬੂਰ ਕਰਦੇ ਨੇ। ਇਹ ਫਿਰ ਧੋਖਾ ਨਹੀਂ ਦੇ ਸਕਦਾ। ਤਾਂ ਹੀ ਆਖਿਆ ਸੀ ਨਾ ਉਹ ਮਰੈ ਨਾ ਠਾਗੇ ਜਾਹੇ। ਨਾ ਉਹ ਆਤਮਿਕ ਤੌਰ 'ਤੇ ਮਰਦੇ ਨੇ ਅਤੇ ਨਾ ਠੱਗੇ ਜਾਂਦੇ ਨੇ। ਮਹਾਰਾਜ ਕੌਣ? ਕਹਿੰਦੇ ਜਿਨਕੇ ਰਾਮ ਵਸੈ ਮਨ ਮਾਹੇ। ਇੱਥੇ ਦਸ਼ਰਥ ਦੇ ਪੁੱਤਰ ਰਾਮ ਦੀ ਗੱਲ ਨਹੀਂ ਹੋ ਰਹੀ, ਰਮੇ ਹੋਏ ਪਰਮਾਤਮਾ ਦੀ ਗੱਲ ਹੋ ਰਹੀ ਵੀ ਜਿਨ੍ਹਾਂ ਦੇ ਹਿਰਦੇ 'ਚ ਰਮਿਆ ਮਾਲਕ ਸੱਚ ਵਸ ਜਾਂਦਾ ਹੈ, ਨਾ ਉਹ ਮਰੈ ਨਾ ਠਾਗੇ ਜਾਹੇ, ਨਾ ਉਹ ਆਤਮਿਕ ਤੌਰ 'ਤੇ ਮਰਦੇ ਨੇ ਅਤੇ ਨਾ ਉਹ ਕਿਸੇ ਵਿਸ਼ੇ ਵਿਕਾਰ ਦੇ ਹੱਥੋਂ ਠੱਗੇ ਜਾਂਦੇ ਨੇ। ਜਿਨਕੇ ਰਾਮ ਵਸੈ ਮਨ ਮਾਹੇ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਉਹ ਫਿਰ ਜ਼ਿੰਦਗੀ 'ਚ ਸਦਾ ਖੇੜੇ 'ਚ ਰਹਿੰਦੇ ਨੇ, ਸਦਾ ਆਨੰਦ ਬਣ ਰਹਿੰਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ। ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾਂ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ। ਉਹ ਸੁਖੀ ਹੋ ਗਿਆ, ਜਨਮ ਦਾ ਧਨ ਹੋ ਗਿਆ। ਨਾਨਕ ਤਿਸ ਬਲਿਹਾਰੀ। ਨਾਨਕ ਭਗਤਾਂ ਸਦਾ ਵਿਗਾਸ। ਗੁਰਦੇਵ ਜੀ ਕਹਿੰਦੇ ਨੇ, ਹੇ ਨਾਨਕ ਆਖ ਭਗਤਾਂ ਦੀ ਜ਼ਿੰਦਗੀ 'ਚ ਸਦਾ ਖੇੜਾ ਬਣਿਆ ਰਹਿੰਦਾ। ਉਹ ਭਾਈ ਆਪਣੇ ਪਰਿਵਾਰਾਂ 'ਚ ਹੱਸਣ ਦੀ ਆਦਤ ਪਾਓ। ਅਤੇ ਹਾਸਾ ਵੈਸੇ ਹੱਸਣਾ ਇੱਦਾਂ ਵਾ ਜਿਵੇਂ ਜਦੋਂ ਮਧਾਣੀ ਦਹੀਂ ਨਹੀਂ ਰਿੜਕਦੀ, ਜਦੋਂ ਮਧਾਣੀ ਨਾਲ ਦਹੀਂ ਰਿੜਕਦੀ ਵਿੱਚੋਂ ਮੱਖਣ ਨਿਕਲਦਾ। ਜਦੋਂ ਡਾਕਟਰਾਂ ਨੂੰ ਪਤਾ, ਡਾਕਟਰ ਵੀਰ ਵੀ ਜਾਣਦੇ ਆ, ਜਦੋਂ ਬੰਦਾ ਹੱਸਦਾ ਹੈ ਨਾ ਉਹਦੇ ਨਾਲ ਲੀਵਰ ਵਧੀਆ ਰਹਿੰਦਾ ਹੈ, ਤੁਹਾਡੀ ਸਕਿਨ ਵਧੀਆ ਰਹਿੰਦੀ ਹੈ, ਤੁਸੀਂ ਜ਼ਿੰਦਗੀ 'ਚ ਅੱਗੇ ਵਧਦੇ ਜੇ। ਬਹੁਤ ਪਰੇਸ਼ਾਨੀਆਂ ਤੁਹਾਡੀ ਜ਼ਿੰਦਗੀ ਦੀਆਂ ਘਟ ਜਾਂਦੀਆਂ। ਤਣਾਅ, ਡਿਪਰੈਸ਼ਨ, ਅੱਜ ਤਾਂ ਹੱਸਣਾ ਗਵਾ ਚੁੱਕੇ ਹਾਂ। ਕਈ ਬੰਦੇ ਨੂੰ ਪੁੱਛੋ ਤੁਸੀਂ ਹੱਸਦੇ ਕਿਉਂ ਨਹੀਂ? ਕਈ ਬੰਦੇ, ਤੁਸੀਂ ਬੰਦਿਆਂ ਨੂੰ ਪੁੱਛ ਕੇ ਵੇਖੋ ਤੁਸੀਂ ਹੱਸਦੇ ਕਿਉਂ ਨਹੀਂ? ਕਹਿੰਦੇ ਜ਼ਿਆਦਾ ਹੱਸੀਏ ਨਾ, ਫਿਰ ਜਦੋਂ ਹੱਸਦੇ ਘਰ ਆਈਏ ਤਾਂ ਫਿਰ ਘਰ ਵਾਲੀ ਸੋਚਦੀ ਵੀ ਵਾਹ ਹੀ ਅੱਜ ਚੰਗਾ ਪੈਸਾ ਕਮਾਇਆ ਜਾਪਦਾ। ਫਿਰ ਉਹ ਸ਼ੋਪਿੰਗਾਂ ਕਰਦੀਆਂ ਨੇ ਮਹਿੰਗੀਆਂ ਮਹਿੰਗੀਆਂ। ਇਸ ਕਰਕੇ ਥੋੜ੍ਹਾ ਜਿਹਾ ਗੁੱਸੇ 'ਚ ਰਹੋ, ਇਹਦਾ ਮੂਡ ਆਫ ਜਿਹਾ ਰੱਖੋ। ਫਿਰ ਬੱਚੇ ਵੀ ਥੋੜ੍ਹੇ ਪੈ ਪੀਤ ਰਹਿੰਦੇ ਨੇ। ਬੰਦਾ ਜ਼ਿੰਦਗੀ ਜਿਉਣ ਦਾ ਤਰੀਕਾ ਗਵਾ ਚੁੱਕਾ ਹੈ। ਹੱਸੋ। ਬੱਚੇ ਪੁੱਛਣ ਡੈਡੀ ਅੱਜ ਲੇਟ ਹੋ ਗਏ, ਕਿੱਥੋਂ ਆਏ ਜੇ? ਤਾਂ ਇੱਦਾਂ ਦੱਸੋ, ਅੱਜ ਮੈਂ ਕਿਸੇ ਬੱਚੇ ਦੀ ਹੈਲਪ ਕਰਕੇ ਆਇਆ, ਉਹਨੂੰ ਸਕੂਲ ਦੀ ਵਰਦੀ ਲੈ ਕੇ ਦੇ ਕੇ ਆਇਆ। ਹੁਣ ਇਹ ਚੀਜ਼ ਇਹੋ ਜਿਹੀ ਹੈ, ਇਹ ਦੱਸਦਿਆਂ ਵੀ ਖੇੜਾ ਆਵੇ ਅਤੇ ਬੱਚੇ ਸੁਣਦਿਆਂ ਵੀ ਖੇੜਾ ਮਹਿਸੂਸ ਕਰਨ। ਇੱਦਾਂ ਨਾ ਹੱਸੋ ਕਿ ਅੱਜ 2-3 ਹਜ਼ਾਰ ਰੁਪਈਆ ਮੈਂ ਬਚਾ ਕੇ ਲਿਆ। ਕਿੱਦਾਂ? ਮੈਂ ਫਲਾਣੇ ਥਾਂ 'ਤੇ ਸਮਾਨ ਲੈਣ ਰਿਹਾ ਸੀ, ਉੱਥੇ ਰਸ਼ ਬੜਾ ਸੀ, ਉਹਨਾਂ ਨੂੰ ਪੈਸੇ ਲੈਣ ਦਾ ਚੇਤਾ ਭੁੱਲ ਗਿਆ, ਰਸ਼ ਬੜਾ ਸੀ, ਅਤੇ ਸਾਰਾ ਪਰਿਵਾਰ ਖੁਸ਼ ਹੈ। ਅਤੇ ਬਰਗਰ ਪੀਜੇ ਖਾਵਾਂਗੇ ਅੱਜ। ਇਹ ਹਾਸਾ ਮਾੜਾ ਹੈ। ਇਹ ਤੁਸੀਂ ਆਪਣੇ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਜੇ। ਇਹ ਦੱਸ ਰਿਹਾ ਜੇ, ਹੱਲਾਸ਼ੇਰੀ ਦੇ ਰਿਹਾ ਜੇ, ਤੁਸੀਂ ਹੱਲਾਸ਼ੇਰੀ ਦੇ ਰਹੇ ਜੇ। ਜਦੋਂ ਕੋਈ ਬੱਚਾ ਗਲਤੀ ਕਰਦਾ, ਜਦੋਂ ਮਾਂ ਬਾਪ ਉਸ ਗਲਤੀ 'ਤੇ ਪਰਦਾ ਪਾਉਂਦੇ ਨੇ, ਬੱਚੇ ਨੂੰ ਰਾਹ ਮਿਲਦਾ ਕਿ ਇਹ ਰਾਹ ਮੈਂ ਸਹੀ ਚੁਣਿਆ ਹੈ। ਗੁਰਦੇਵ ਮਹਾਰਾਜ ਇੱਥੇ ਕਹਿੰਦੇ ਨੇ, ਜ਼ਿੰਦਗੀ 'ਚ ਖੇੜਾ ਲਿਆਉਣਾ ਅਤੇ ਚੰਗੇ ਕੰਮ ਕਰਨ ਦੀ ਆਦਤ ਪਾਓ। ਨਾਨਕ ਭਗਤਾਂ ਸਦਾ ਵਿਗਾਸ ਸੁਣੇ, ਦੁੱਖ ਪਾਪ ਕਾ ਨਾਸ।
ਉਸ ਮਾਲਕ ਦੇ ਨਾਮ ਨੂੰ ਸੁਣ ਸਮਝਣ ਕਰਕੇ ਦੁੱਖ ਪਾਪ ਇਹਨਾਂ ਦਾ ਜ਼ਿੰਦਗੀ 'ਚੋਂ ਕਿਨਾਰਾ ਹੋ ਜਾਂਦਾ। ਦੁੱਖ ਪਾਪ ਕਾ ਨਾਸ, ਇਹ ਜ਼ਿੰਦਗੀ 'ਚੋਂ ਮੁੱਕ ਜਾਂਦੇ, ਖਤਮ ਹੋ ਜਾਂਦੇ ਨੇ ਅਤੇ ਦੁੱਖ ਪਾਪ ਜ਼ਿੰਦਗੀ 'ਚੋਂ ਨਿਕਲ ਗਏ, ਆਪੇ ਜ਼ਿੰਦਗੀ 'ਚ ਖੇੜਾ ਆ ਗਿਆ। ਸੁਣਿਆ ਸਰਾਂ ਗੁਣਾ ਕੇ ਗਾ, ਸਰ ਦਾ ਅਰਥ ਕੀ? ਸਰੋਵਰ। ਕਾਹਦਾ ਸਰੋਵਰ? ਗੁਣਾਂ ਦਾ ਸਰੋਵਰ। ਗੁਰ ਸਾਗਰ ਰਤਨੀ ਭਰਪੂਰੇ। ਇੱਥੇ ਗੁਰੂਦੇਵ ਜੀ ਕਹਿੰਦੇ ਸੁਣਿਆ ਸਰਾਂ ਗੁਣਾ ਕੇ ਗਾ, ਜਿਹੜਾ ਸਰੋਵਰ ਗੁਣਾਂ ਨਾਲ ਭਰਿਆ ਪਿਆ, ਜਿਹੜਾ ਸਮੁੰਦਰ ਗੁਣਾਂ ਨਾਲ ਭਰਿਆ ਪਿਆ, ਸੁਣਿਆ ਸਰਾਂ ਗੁਣਾ ਕੇ ਗਾ, ਉਹਦੀ ਅਸਲੀਅਤ ਦੀ ਸਮਝ ਲੱਗ ਗਈ ਵੀ ਇਹਨਾਂ ਗੁਣਾਂ ਨਾਲ ਸਾਂਝ ਪਾ ਕੇ ਮੈਂ ਵੀ ਕਿੱਦਾਂ ਅਮੀਰ ਹੋਣਾ, ਕਿੱਦਾਂ ਮੈਂ ਜ਼ਿੰਦਗੀ 'ਚ ਖੇੜਾ ਲੈ ਕੇ ਆਉਣਾ। ਇਹ 11 ਨੰਬਰ ਪੌੜੀ 'ਚ ਜਿਹੜੀਆਂ ਆਪਾਂ ਪਿਛਲੀਆਂ 3 ਪੌੜੀਆਂ ਕਰ ਆਏ ਹਾਂ ਨਾਲ ਵੇਖੋ, ਸੁਣਿਓ। ਗੁਰਦੇਵ ਜੀ ਕਹਿੰਦੇ ਨੇ ਗੁਣਾਂ ਨਾਲ ਸਾਂਝ ਪਾਉਣ ਦੀ ਮੈਨੂੰ ਸਮਝ ਲੱਗ ਗਈ ਵੀ ਇਹਨਾਂ ਸਮੁੰਦਰ ਵਿੱਚੋਂ ਜਿੰਨੇ ਮਰਜ਼ੀ ਗੁਣ ਕੱਢੀ ਜਾਓ, ਜਿੰਨਾ ਮਰਜ਼ੀ ਤੁਸੀਂ ਆਨੰਦ ਲਈ ਜਾਓ, ਅਮੀਰ ਕਰੀ ਜਾਓਗੇ ਆਪਣੇ ਜੀਵਨ ਨੂੰ। ਜਿਵੇਂ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੁਹਾਡੀ ਮੱਤ ਵਿੱਚ ਹੀ ਹੀਰੇ ਜਵਾਹਰਾਤ ਮਾਣਕ ਪਏ ਨੇ। ਅੰਮ੍ਰਿਤ ਨੀਰ ਗਿਆਨ ਮਨ ਮੱਜਨ, 68 ਤੀਰਥ ਸੰਗ ਗਹੇ, ਗੁਰ ਉਪਦੇਸ਼ ਜਵਾਹਰ ਮਾਣਕ। ਗੁਰੂ ਦਾ ਉਪਦੇਸ਼ ਹੀ ਜਵਾਹਰ ਮਾਣਕ ਵਾ। ਮਨ ਮੋਤੀ ਜੇ ਗਹਿਣਾ ਹੋਵੇ, ਜ਼ਰੂਰੀ ਨਹੀਂ ਵੀ ਔਰਤ ਨੇ ਗਲ 'ਚ ਕੁਹਾਰ ਪਾਉਣਾ ਤੇ ਔਰਤ ਸੋਹਣੀ ਲੱਗੂਗੀ। ਜ਼ਰੂਰੀ ਨਹੀਂ ਕਿਸੇ ਬੰਦੇ ਨੇ ਮੁੰਦਰੀ ਛੱਲਾ ਪਾਉਣਾ, ਕੋਈ ਸੋਨੇ ਦਾ ਕੜਾ ਪਾਉਣਾ ਤੇ ਬੰਦਾ ਉਹਦੇ ਨਾਲ ਹੀ ਖੂਬਸੂਰਤ ਬਣਦਾ ਹੈ। ਨਾ 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 ਨਾ। ਕਈ ਵਾਰੀ ਜ਼ਿੰਦਗੀ 'ਚ ਕੰਮ ਹੀ ਐਡੇ ਕਮਾਲ ਦੇ ਹੁੰਦੇ ਨੇ, ਉਹ ਕੰਮ ਹੀਰੇ ਜਵਾਹਰਾਤਾਂ ਨੂੰ ਵੀ ਮਾਤ ਪਾ ਜਾਂਦੇ ਨੇ। ਅੱਛਾ, ਕਮਾਲ ਦੀ ਗੱਲ ਵੇਖੋ, ਉਹ ਹੀਰੇ ਜਵਾਹਰਾਤ ਤਾਂ ਫੇਰ ਕੋਈ ਚੋਰੀ ਕਰਕੇ ਲੈ ਜਾਓ। ਇਹ ਹੀਰੇ ਜਵਾਹਰਾਤ ਤਾਂ ਚੋਰੀ ਹੁੰਦੇ ਹੀ ਨਹੀਂ। ਉਹ ਹੀਰੇ ਜਵਾਹਰਾਤ ਤਾਂ ਚੋਰ ਚੋਰੀ ਕਰ ਸਕਦਾ ਹੈ, ਵਿਕ ਸਕਦੇ ਨੇ। ਇਹ ਹੀਰੇ ਜਵਾਹਰਾਤ ਤਾਂ ਬੰਦੇ ਨੂੰ ਸਗੋਂ ਬਹੁਤ ਉੱਚਾ ਚੁੱਕਦੇ ਨੇ। ਅੱਛਾ, ਇਹ ਹੀਰੇ ਜਵਾਹਰਾਤ ਤੇ ਹੰਕਾਰ ਦਾ ਕਾਰਨ ਵੀ ਬਣ ਸਕਦੇ। ਕਿਵੇਂ ਭਲਾ? ਕਿਸੇ ਰਿਸ਼ਤੇਦਾਰ ਕੋਲ ਨਹੀਂ ਹੈਗੇ, ਆਪਣੇ ਕੋਲ ਹੈਗੇ, ਬੰਦਾ ਫੁੱਲ ਨਹੀਂ ਪੈਂਦਾ। ਐ ਕੜਾ ਵਿਖਾਉਂਦਾ ਨਹੀਂ, ਤਾਂ ਬਾਂਹ ਕਰਕੇ ਵੀ ਸੋਨਾ ਪਾਇਆ ਮੈਂ, ਆਹ ਮੁੰਦਰੀਆਂ ਪਾਈਆਂ ਨਹੀਂ, ਤਾਂ ਵਿਖਾਉਂਦਾ ਨਹੀਂ ਬੰਦਾ। ਹੰਕਾਰ ਦਾ ਕਾਰਨ ਵੀ ਬਣ ਸਕਦਾ। ਪਰ ਜਿਹੜੇ ਇਹ ਹੀਰੇ ਜਵਾਹਰਾਤ ਨੇ, ਇਹ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਨੇ। ਅੰਮ੍ਰਿਤ ਨੀਰ, ਅੰਮ੍ਰਿਤ ਨੀਰ, ਪਰਮੇਸ਼ਰ ਦਾ ਨਾਮ ਜਲ ਨੀਰ ਹੈ। ਅਤੇ ਗਿਆਨ ਮਨ ਮੱਜਨ, ਜਿਹੜੀ ਸਮਝ ਹੈ ਨਾ, ਉਹ ਉਸ ਉਹਦੇ ਵਿੱਚ ਇਸ਼ਨਾਨ ਹੈ। ਇਸ਼ਨਾਨ ਕਰਨਾ, ਚੁੱਭੀ ਮਾਰਨੀ। ਗਿਆਨ ਮਨ ਮੱਜਨ ਅਤੇ 68 ਤੀਰਥ ਸੰਗ ਗਹੇ। ਜਿਵੇਂ ਆਪਾਂ ਪਹਿਲੀਆਂ ਪੌੜੀਆਂ 'ਚ ਕਰ ਰਹੇ ਹਾਂ, 68 ਤੀਰਥ ਤਾਂ ਨਾਲ ਹੀ ਆ, ਸੰਗ ਗਹੇ ਨਾਲ ਹੀ ਤੁਰੇ ਫਿਰਦੇ। ਲੋਕ 68 ਤੀਰਥਾਂ 'ਤੇ ਜਾਂਦੇ ਆ, ਇੱਧਰ 68 ਤੀਰਥ ਨਾਲ ਤੁਰੇ ਫਿਰਦੇ ਆ। 68 ਤੀਰਥ ਸੰਗ ਗਹੇ, ਗੁਰ ਉਪਦੇਸ਼ ਜਵਾਹਰ ਮਾਣਕ। ਗੁਰੂ ਦਾ ਉਪਦੇਸ਼ ਜਵਾਹਰ ਮਾਣਕ ਆ, ਹੀਰੇ ਮੋਤੀ ਮਾਣਕ ਵਾ। ਗੁਰ ਉਪਦੇਸ਼ ਜਵਾਹਰ ਮਾਣਕ, ਸੇਵਿਆ ਸਿੱਖ। ਜਿਹੜਾ ਸਿੱਖ ਸੇਵਦਾ, ਜਿਹੜਾ ਇਹਦੇ ਅਥਾਹ, ਜਿਹੜਾ ਇਹਦੇ ਵਿੱਚ ਚੁੱਭੀ ਮਾਰਦਾ, ਸੋ ਖੋਜ ਲੈ, ਖੋਜੀ ਜਾ, ਜਿੰਨਾ ਮਰਜ਼ੀ ਮਾਰੀ ਜਾ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ। ਜਿਵੇਂ ਸਮੁੰਦਰ ਦੇ ਵਿੱਚ ਬਹੁਤ ਕੀਮਤੀ ਪਦਾਰਥ ਹੈਗੇ, ਪਰ ਮਿਲਦੇ ਉਹਨੂੰ ਜਿਹੜਾ ਵਿੱਚ ਚੁੱਭੀ ਮਾਰਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਇੱਦਾਂ ਹੀ ਗੁਰਬਾਣੀ ਵਿੱਚ ਬੜੇ ਪਦਾਰਥ ਵਾ, ਬਹੁਤ ਕੀਮਤੀ ਹੀਰੇ ਜਵਾਹਰਾਤ, ਚੁੱਭੀ ਤੇ ਮਾਰ ਦੇ ਵਿੱਚ। ਹੁਣ ਇੱਕ ਬੰਦੇ ਨੂੰ ਤੁਸੀਂ ਕਹੋ ਸਮੁੰਦਰ 'ਚ ਬੜਾ ਕੁਝ ਹੈ, ਉਹ ਸਮੁੰਦਰ ਦੇ ਕੰਢੇ ਸੈਰ ਕਰਕੇ ਘੁੰਮ ਕੇ ਆ ਜੇ, ਤੁਹਾਨੂੰ ਦੂਜਾ ਪੁੱਛੇ, ਭਾਈ ਮੈਨੂੰ ਤਾਂ ਮਿਲਿਆ ਕੱਖ ਨਹੀਂ, ਮੈਂ ਤਾਂ 2 ਦਿਨ ਲਗਾਤਾਰ ਸਮੁੰਦਰ 'ਤੇ ਗਿਆ। ਕਹਿੰਦਾ ਕੀ ਕੀਤਾ? ਕਹਿੰਦਾ ਬੰਨੇ ਬੰਨੇ ਘੁੰਮ ਕੇ ਆ ਗਿਆ। ਕਹਿੰਦਾ ਕਮਲਿਆ, ਬਾਹਰ ਥੋੜ੍ਹਾ ਘੁੰਮਣਾ ਸੀ, ਉਹਦੇ ਵਿੱਚ ਵਾ, ਜਾਣਾ ਪੈਣਾ ਸੀ ਤੈਨੂੰ। ਨਹੀਂ ਜੀ ਮੈਨੂੰ ਚੁੱਭੀ ਨਹੀਂ ਮਾਰਨੀ ਹੁੰਦੀ। ਕਹਿੰਦਾ ਨਹੀਂ ਮਾਰਨੀ ਹੁੰਦੀ, ਸਾਡਾ ਥੋੜ੍ਹਾ ਕਸੂਰ ਹੈ। ਚੁੱਭੀ ਮਾਰੇਗਾ ਤਾਂ ਕੁਝ ਮਿਲੂਗਾ, ਚੁੱਭੀ ਮਾਰੇਗਾ ਤਾਂ ਮਿਲਣਾ। ਇੱਦਾਂ ਹੀ ਗੁਰਬਾਣੀ 'ਚ ਬੜਾ ਕੁਝ ਮਿਲਦਾ ਹੈ ਜੀ। ਅੱਛਾ ਜੀ, ਅਸੀਂ ਤਾਂ ਬੜੀ ਵਾਰੀ ਗਏ ਜੀ, ਬੜੀ ਵਾਰ ਪਰਿਕਰਮਾ ਕੀਤੀਆਂ, ਅਸੀਂ ਤਾਂ ਘਿਓ ਦੀਆਂ ਜੋਤਾਂ ਵੀ ਜਗਾ ਕੇ ਵੇਖ ਲਈਆਂ, ਅਸੀਂ ਤਾਂ ਨਾਰੀਅਲ ਵੀ ਰੱਖ ਕੇ ਵੇਖ ਲਿਆ, ਸਭ ਕੁਝ ਕਰਕੇ ਵੇਖ ਲਿਆ, ਪਰ ਬੰਨੇ ਵਿੱਚ ਚੁੱਭੀ ਮਾਰੋ, ਹੀਰੇ ਜਵਾਹਰਾਤ ਕੱਢੋ। ਤੈਸੇ ਗੁਰਬਾਣੀ ਵੇਖਿਆ ਸਕਲ ਪਦਾਰਥ ਹੈ, ਜੋਈ ਜੋਈ ਖੋਜੈ, ਸੋਈ ਸੋਈ ਨਿਪਜਾਵੀ। ਜਿਹੜਾ ਖੋਜੂ, ਜਿਹੜਾ ਇਹ 'ਚ ਹੰਸ ਬਿਰਤੀ ਲੈ ਕੇ ਚੁੱਭੀ ਮਾਰੂ, ਆਤਮਿਕ ਤੌਰ 'ਤੇ ਅਮੀਰ ਹੁੰਦਾ ਜਾਏਗਾ, ਪਰਵਾਹ ਨਹੀਂ ਕਰੇਗਾ। ਜ਼ਿੰਦਗੀ ਵਿੱਚ ਇਹ ਗੁਣ ਆ ਜਾਣਗੇ। ਸੁਣਿਆ ਸਰਾਂ ਗੁਣਾ ਕੇ ਗਾ, ਉਸ ਮਾਲਕ ਦੇ ਨਾਮ ਨੂੰ ਸੁਣ ਸਮਝਣ ਕਰਕੇ ਸਰਾਂ ਗੁਣਾ ਕੇ ਗਾ। ਇਹ ਗੁਣਾਂ ਦੇ ਸਰੋਵਰ ਦੀ ਅਸਲੀਅਤ ਸਮਝ ਆ ਜਾਂਦੀ ਹੈ ਵੀ ਇਹ ਤੋਂ ਉੱਤੇ ਕੱਖ ਨਹੀਂ ਹੈਗਾ। ਹੁਣ ਇਹੋ ਸਾਗਰ ਜਿਹਦੇ ਨਾਲ ਜ਼ਿੰਦਗੀ ਨੂੰ ਮੈਂ ਇਹੋ ਸਮੁੰਦਰ ਹੈ ਜਿਹਦੇ ਮੈਂ ਚੁੱਭੀਆਂ ਮਾਰ ਕੇ ਅਮੀਰ ਹੋਣਾ। ਸਮਝ ਆ ਗਈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਸਮਝ ਆ ਗਈ ਵੀ ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਸਮਝ ਆ ਗਈ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਤੋ ਪਾਤਸ਼ਾਹ ਤੇ ਬਖਸ਼ਿਸ਼ ਕਰਦੇ ਨੇ, ਸੁਣੇ ਸਰਾਂ ਗੁਣਾ ਕੇ ਗਾਹ, ਸੁਣੇ ਸ਼ੇਖ ਪੀਰ ਪਾਤਸ਼ਾਹ। ਜਦੋਂ
ਘਰ ਦੇ ਵਿੱਚ ਹੀ ਇਹਨਾਂ ਸਮੁੰਦਰਾਂ ਦੀ ਅਸਲੀਅਤ ਸਮਝ ਲੱਗ ਗਈ ਵੀ ਇਹ ਸਾਗਰ ਹੀਰੇ ਜਵਾਹਰਾਤ ਕੀ ਨੇ। ਤੇ ਫਿਰ ਕਿਸੇ ਸ਼ੇਖ ਦੇ ਕੋਲ ਜਾਓ ਵੀ ਉੱਥੇ ਕੋਈ ਮੌਲਵੀ ਆ, ਉਹ ਹੱਥ ਵੇਖਦਾ, ਉਹ ਤਾਂਤਰਿਕ ਹੈ, ਉੱਥੇ ਪੀਰਖਾਨਾ ਭਾਈ, ਉੱਥੇ ਮੱਥਾ ਟੇਕਿਆ, ਫਲਾਣੇ ਥਾਂ 'ਤੇ ਆ ਜਾ। ਕਹਿੰਦਾ ਮੈਨੂੰ ਸ਼ੇਖ ਪੀਰ ਅਤੇ ਪਾਤਸ਼ਾਹ ਇਹਨਾਂ ਦੀ ਹੁਣ ਅਸਲੀਅਤ ਸਮਝ ਲੱਗ ਗਈ ਆ। ਮੈਨੂੰ ਹੁਣ ਕਿਸੇ ਕੋਲ ਜਿਵੇਂ ਈਸ਼ਰ ਬ੍ਰਹਮਾ ਇੰਦ ਦੀ ਅਸਲੀਅਤ ਸਮਝ ਲੱਗ ਗਈ ਸੀ ਨਾ, ਜਿਵੇਂ 68 ਤੀਰਥਾਂ ਦੀ ਪਿੱਛੇ ਸਮਝ ਲੱਗ ਗਈ ਸੀ, ਇੱਦਾਂ ਹੁਣ ਮੈਨੂੰ ਹੁਣ ਪੀਰਖਾਨੇ ਦੀ ਪੀਰਾਂ ਦੀ ਵੀ ਸਮਝ ਲੱਗ ਗਈ ਆ। ਜਿਹੜੇ ਲੋਕ ਪੀਰਾਂ ਦੇ ਮਗਰ ਭੱਜੇ ਫਿਰਦੇ ਆ, ਕੋਈ ਸ਼ੇਖ ਦੇ ਮਗਰ ਭੱਜਾ ਫਿਰਦਾ ਹੈ, ਕੋਈ ਪਾਤਸ਼ਾਹ ਦੇ ਮਗਰ ਭੱਜਾ ਫਿਰਦਾ ਹੈ, ਕੋਈ ਕਿਸੇ ਦੀ ਗੁਲਾਮੀ ਕਰਦਾ ਫਿਰਦਾ। ਮੈਨੂੰ ਹੁਣ ਇਹਨਾਂ ਦੀ ਅਸਲੀਅਤ ਸਮਝ ਆ ਗਈ ਹੈ। ਕਿ ਕਿੱਦਾਂ ਆ ਗਈ ਆ? ਮਾਲਕ ਦੇ ਨਾਮ ਨੂੰ ਸੁਣਨ ਸਮਝਣ ਕਰਕੇ। ਜਦੋਂ ਦੀ ਮੈਂ ਉਸ ਵੱਡੇ ਨਾਲ ਸਾਂਝ ਪਾਈ ਆ, ਹੁਣ ਮੈਂ ਕਿਸੇ ਦਾ ਮੁਹਤਾਜ ਨਹੀਂ। ਹੁਣ ਮੈਂ ਇੱਦਾਂ ਆਪਣੇ ਆਪ ਨੂੰ ਕਹਿੰਦਾ, ਰੇ ਜੀ ਨਲਾਜ ਲਾਜ ਤੋਏ ਨਾਹੀਂ, ਹੇ ਜੀਵ ਤੈਨੂੰ ਸ਼ਰਮ ਨਹੀਂ ਆਉਂਦੀ, ਹਰ ਤਜ ਕਤ ਕਾਹੂੰ ਕੇ ਜਾਹੀਂ। ਆਪਣੇ ਪਿਓ ਨੂੰ ਛੱਡ ਕੇ ਕਿੱਥੇ ਤੁਰਿਆ ਫਿਰਦਾ ਹੈ? ਜਾਂ ਕੋਈ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਈ। ਜਿਹਦਾ ਮਾਲਕ ਐਡਾ ਉੱਚਾ ਤੇ ਸੁੱਚਾ ਹੋਵੇ, ਉਹਦਾ ਪੁੱਤ ਕਿਸੇ ਦੂਜੇ ਦੇ ਘਰ ਜਾਂਦਾ ਚੰਗਾ ਨਹੀਂ ਲੱਗਦਾ। ਉਹ ਮਾਣਨਾ ਕਹਿੰਦਾ, ਮੈਂ ਹੁਣ ਆਪਣੇ ਆਪ ਨੂੰ ਉੱਚਾ, ਮੈਂ ਉੱਚੇ ਨਾਲ ਜੁੜ ਕੇ ਆਪਣੇ ਆਪ ਨੂੰ ਉੱਚਾ ਕਰ ਲਿਆ, ਸਾਂਝ ਪਾ ਲਈ। ਤੋ ਪਾਤਸ਼ਾਹ ਇੱਥੇ ਬਖਸ਼ਿਸ਼ ਭਰੇ ਬਚਨ ਕਰਦੇ ਨੇ, ਸੁਣੈ ਸਰਾਂ ਗੁਣਾ ਕੇ ਗਾਹ। ਹੁਣ ਮੈਨੂੰ ਅਸਲੀਅਤ ਪਤਾ ਲੱਗ ਚੁੱਕੀ ਹੈ ਕਿ ਉਹ ਮਾਲਕ ਕਿੱਦਾਂ ਗੁਣਾਂ ਦਾ ਸਮੁੰਦਰ ਹੈ, ਅਤੇ ਜਿੰਨੇ ਮਰਜ਼ੀ ਉਹਦੇ ਵਿੱਚੋਂ ਗੁਣ ਲਈ ਜਾਓ, ਕੱਢੀ ਜਾਓ, ਚੁਭੀਆਂ ਮਾਰੀ ਜਾਓ। ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਸਾਗਰ ਹੈ ਰਤਨਾਂ ਨਾਲ ਭਰਿਆ ਪਿਆ। ਕੱਢੀ ਜਾਓ, ਵਰਤੀ ਜਾਓ, ਅਮੀਰ ਹੁੰਦੇ ਜਾਓ। ਬੜਾ ਵਧੀਆ ਗੁਰਬਾਣੀ ਦਾ ਖਜ਼ਾਨਾ ਪਿਆਰਿਓ ਸਾਡੇ ਕੋਲ। ਇਹਨੂੰ ਸਮਝੋ, ਪੜ੍ਹੋ, ਵਿਚਾਰੋ। ਸਾਡੀ ਤਾਂ ਹਾਲਤ ਕਈ ਵਾਰੀ ਇੱਦਾਂ ਦੀ ਲੱਗਦੀ ਵੀ ਜਿਵੇਂ ਇੱਕ ਬੰਦੇ ਦੇ ਕੋਲ ਖਜ਼ਾਨਾ ਸੀ, ਅਤੇ ਖਜ਼ਾਨੇ ਦੇ ਉੱਪਰ ਬੈਠਾ ਕਟੋਰਾ ਹੱਥ 'ਚ ਫੜ ਕੇ ਦੂਜੇ ਕੋਲੋਂ ਭੀਖ ਮੰਗ ਰਿਹਾ ਸੀ। ਰਾਹ ਜਾਂਦਾ ਰਾਹੀ ਪੁੱਛਦਾ, ਭਾਈ ਤੂੰ ਜੇ ਭੀਖ ਮੰਗ ਰਿਹਾ ਦੂਜਿਆਂ ਕੋਲੋਂ, ਜਿੱਥੇ ਤੂੰ ਬੈਠਾ ਇੱਥੇ ਤਾਂ ਖਜ਼ਾਨਾ ਨੱਪਿਆ ਹੋਇਆ। ਬਿਲਕੁਲ ਸਾਡੇ ਨਾਲ ਐਸਾ ਵਾਪਰ ਰਿਹਾ। ਅਸੀਂ ਉਸ ਗੁਣਾਂ ਦੇ ਖਜ਼ਾਨੇ ਦੇ ਕੋਲ ਬਹਿ ਕੇ ਅਸੀਂ ਆਤਮਿਕ ਤੌਰ 'ਤੇ ਲੁੱਟੇ ਜਾ ਰਹੇ ਹਾਂ, ਤਬਾਹ ਹੁੰਦੇ ਜਾ ਰਹੇ ਹਾਂ। ਅਸੀਂ ਸਮਝਿਆ ਨਹੀਂ ਕਿ ਬਾਣੀ ਐਡਾ ਵੱਡਾ ਖਜ਼ਾਨਾ ਸਾਨੂੰ ਬਖਸ਼ਿਸ਼ ਕਰਦੀ ਹੈ। ਇਸ ਮਹਾਨ ਸਾਗਰ ਵਿੱਚ ਚੁਭੀਆਂ ਮਾਰੋ। ਬਾਣੀ ਦੇ ਸਮੋਤੀ ਨੂੰ ਇਹਨਾਂ ਸ਼ਬਦਾਂ ਦੇ ਪਾਠ ਹੋ ਰਹੇ ਨੇ, ਅਖੰਡ ਪਾਠਾਂ ਦੀਆਂ ਲੜੀਆਂ। ਤੁਸੀਂ ਵੇਖੋ ਕਿਹੜੇ ਬੰਨੇ ਸਾਡੀ ਕੌਮ ਲੁਝਾਈ ਜਾ ਰਹੀ ਹੈ। ਇੰਨੇ ਪਾਠ ਕਰੋ ਜੀ ਆਹ ਹੋ ਜਾਏਗਾ, ਇੰਨੇ ਪਾਠ ਕਰੋ ਜੀ ਆਹ ਹੋ ਜਾਏਗਾ, ਇੰਨੇ ਪਾਠ ਕਰੋ ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਕਿ ਗੁਰੂ ਸਾਹਿਬ ਨੇ ਬਾਣੀ ਇਸ ਵਾਸਤੇ ਉਚਾਰਨ ਕੀਤੀ ਸੀ। ਬਾਣੀ ਇੱਕ ਜੀਵਨ ਜਾਚ ਸੀ, ਪ੍ਰੈਕਟੀਕਲ ਜੀਵਨ ਜਾਚ। ਗੁਰ ਕਹਿਆ ਮਾਨ ਨਿਜ ਨਿਧਾਨ, ਸਾਚ ਜਾਣ ਮੰਤਰ ਇਹ ਹੈ। ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨਣਾ ਹੀ ਗੁਰੂ ਦਾ ਅਸਲੀ ਮੰਤਰ ਹੈ। ਮੰਤਰ ਦਾ ਅਰਥ ਹੀ ਸਲਾਹ ਹੁੰਦਾ। ਗੁਰੂ ਦੀ ਮੈਂ ਸਲਾਹ ਲੈ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ। ਤੋ ਪਾਤਸ਼ਾਹ ਤੇ ਬਖਸ਼ਿਸ਼ ਕਰਦੇ, ਸੁਣਿਆ ਸਰਾਂ ਗੁਣਾ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ। ਮੈਨੂੰ ਸ਼ੇਖ ਬਾਰੇ, ਪੀਰ ਬਾਰੇ, ਪਾਤਸ਼ਾਹਾਂ ਬਾਰੇ ਹੁਣ ਸਭ ਪਤਾ ਲੱਗ ਗਿਆ। ਹੁਣ ਮੈਂ ਕਿਤੇ ਨਹੀਂ ਜਾਂਦਾ ਮੱਥਾ ਟੇਕਣ ਵਾਸਤੇ। ਤੁਰੇ ਫਿਰਦੇ ਸਾਡੇ ਪੰਜਾਬੀ, ਤੁਸੀਂ ਵੇਖੋ ਕਿੱਦਾਂ ਭਰਾ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰਨੇ। ਕੋਈ ਕਿਸੇ ਕਾਲੇ ਇਲਮ ਵਾਲੇ ਦੇ ਕੋਲ ਜਾ ਕੇ ਬੈਠਾ ਹੈ, ਕੋਈ ਕਿਸੇ ਤਾਂਤਰਿਕ ਦੇ ਕੋਲ ਬੈਠਾ ਹੈ, ਕਿਸੇ ਜੋਤਸ਼ੀ ਪਾਂਧੇ ਦੇ ਕੋਲ ਬੈਠਾ ਹੈ, ਕੋਈ ਕਿਸੇ ਬਾਬੇ ਕੋਲ ਬੈਠਾ। ਜ਼ਰੂਰੀ ਨਹੀਂ ਇੱਥੇ ਤੁਸੀਂ ਪੀਰ ਸ਼ੇਖ ਕੋਈ ਬੋਧੀ ਧੋਤੀ ਵਾਲੇ ਦੀ ਗੱਲ ਹੋ ਰਹੀ ਹੈ ਨਾ। ਕੋਈ ਪੱਗ ਵਾਲਾ ਵੀ ਹੋ ਸਕਦਾ, ਕੋਈ ਗੋਲ ਪਰਨੇ ਵਾਲਾ ਵੀ ਹੋ ਸਕਦਾ। ਸਾਡੇ ਵੀ ਸ਼ੇਖ ਆ ਜਿਹੜੇ ਪੁੱਛਣਾ ਦਿੰਦੇ ਨੇ, ਕੌਣ ਨੇ? ਆ ਪਿੰਡਾਂ 'ਚ ਪੁੱਛਣਾ ਦੇਣ ਵਾਲੇ ਥੋੜ੍ਹੇ ਨੇ ਕਿਤੇ। ਆ ਜਿਹੜੀਆਂ ਚੌਂਕੀਆਂ ਲੱਗ ਰਹੀਆਂ ਨੇ ਪਿੰਡਾਂ ਵਿੱਚ, ਕਿਤੇ ਐਤਵਾਰ ਲੱਗ ਰਹੀ ਹੈ, ਕਿਤੇ ਬੁੱਧਵਾਰ ਲੱਗ ਰਹੀ ਹੈ, ਕਿਤੇ ਵੀਰਵਾਰ ਲੱਗ ਰਹੀ ਹੈ, ਕੌਣ ਨੇ? ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਮੁੱਲਾਂ ਨੂੰ ਭੁੱਖ ਲੱਗੀ, ਮੁੱਲਾਂ ਨੇ ਘਰ ਨੂੰ ਮਸੀਤ ਬਣਾ ਲਿਆ। ਭੁੱਖੇ ਮੁੱਲਾਂ ਘਰੇ ਮਸੀਤ, ਫੱਕਰ ਕਰੇ ਹੋਰ ਜਾਤ ਗਵਾਏ। ਆਪਣੇ ਆਪ ਨੂੰ ਫੱਕਰ ਖਵਾ ਲਿਆ ਅਤੇ ਆਪਣੀ ਅਸਲੀਅਤ ਹੀ ਛੱਡ ਬੇਟਾ। ਫੱਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਅਤੇ ਮੰਗਣ ਜਾਏ। ਅੱਛਾ, ਨਾਲੇ ਆਪਣੇ ਆਪ ਨੂੰ ਗੁਰੂ ਅਤੇ ਪੀਰ ਖਵਾਉਂਦਾ ਅਤੇ ਨਾਲੇ ਮੰਗਦਾ ਫਿਰਦਾ। ਗੁਰ ਪੀਰ ਸਦਾਏ ਮੰਗਣ ਜਾਏ। ਗੁਰਦੇਵ ਜੀ ਕਹਿੰਦੇ ਤਾਂ ਕਿ ਮੂਲ ਨਾ ਲੱਗੀਆਂ ਪਾਏ ਅਤੇ ਘਾਲ ਖਾਏ। ਕਿਛ ਹੱਥੋਂ ਦੇ ਨਾਨਕ ਰਾਹ ਪਛਾਣ ਐਸੇ। ਅਸਲੀ ਰਾਹ ਦੀ ਪਹਿਚਾਣ ਕਰ ਭਾਈ। ਆ ਕਿੱਥੇ ਤੁਰਿਆ ਫਿਰਦਾ? ਸ਼ੇਖਾ ਅੰਦਰੋਂ ਜ਼ੋਰ ਛੱਡ, ਤੂੰ ਭਉ ਕਰ ਝੱਲ ਗਵਾਏ। ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲਿਆ, ਉਸ ਮਹਾਨ ਸਾਗਰ ਦੇ ਵਿੱਚ ਚੁੱਭੀ ਮਾਰ ਕੇ ਵੇਖ। ਅੰਦਰੋਂ ਜ਼ੋਰ ਛੱਡ, ਤੂੰ ਆ ਵਿਕਾਰਾਂ ਵਾਲੀ ਪਕੜ ਛੱਡ ਅੰਦਰੋਂ। ਤੂੰ ਉਸ ਸਮੁੰਦਰ ਦੇ ਵਿੱਚ ਚੁੱਭੀ ਮਾਰ ਕੇ ਵੇਖ। ਸੋ ਮਹਾਨ ਸਾਗਰ ਤੇਰੇ ਵਿੱਚ ਬੇਅੰਤ ਗੁਣ ਨੇ। ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ।
ਚੰਗਿਆਈ ਬੁਰਾਈ ਬੰਦੇ ਦੇ ਅੰਦਰ ਹੈ। ਜਦੋਂ ਆਪਾਂ ਸਤਿਗੁਰ ਦੀ ਬਾਣੀ ਪੜ੍ਹਦੇ ਨਾ ਵੀ ਜਿਹੜੀ ਚੰਗਿਆਈ ਆ, ਮੱਤ ਵਿੱਚ ਰਤਨ ਜਵਾਹਰ ਮਾਣਕ, ਜਿਹੜਾ ਸਤ ਸੰਤੋਖ ਦਇਆ ਧਰਮ ਧੀਰਜ ਅਸੀਂ ਦੂਜੇ ਕੋਲੋਂ ਨਹੀਂ ਲੈਂਦੇ, ਹਰ ਇੱਕ ਦੇ ਅੰਦਰ ਉਸ ਮਾਲਕ ਨੇ, ਉਸ ਵਾਹਿਗੁਰੂ ਨੇ ਸਾਡੇ ਅੰਦਰ ਫਿੱਟ ਕੀਤਾ ਹੋਇਆ। ਵਰਤੀਏ ਨਾ, ਇਹ ਸਾਡੀ ਆਪਣੀ ਨਲਾਇਕੀ ਹੈ। ਹੁਣ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਮੈਂ ਤੈਨੂੰ ਸੰਤੋਖ ਦਿੰਦਾ, ਜਾਂ ਕੋਈ ਕਹਿੰਦਾ ਜੀ ਗੁਰੂ ਸਾਹਿਬ ਤੋਂ ਪਹਿਲਾਂ ਸੰਤੋਖ ਨਹੀਂ ਸੀ ਹੈਗਾ। ਕੌਣ ਕਹਿੰਦਾ ਗੁਰੂ ਸਾਹਿਬ ਤੋਂ ਪਹਿਲਾਂ ਸੰਤੋਖ ਦਇਆ ਧਰਮ ਧੀਰਜ ਨਹੀਂ ਸੀ ਹੈਗਾ? ਹੈਗੇ ਸੀ, ਪਰ ਗੁਰੂ ਸਾਹਿਬ ਨੇ ਇਹ ਆਖਿਆ, ਗੁਰੂ ਸਾਹਿਬ ਤਾਂ ਟੀਚਰ ਦਾ ਕੰਮ ਕਰਨਾ ਸੀ। ਭਾਈ ਤੇਰੇ ਅੰਦਰ ਸਭ ਕੁਝ ਹੈਗਾ ਬੰਦਿਆ, ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਬਾਹਰ ਵਸਤ ਨਾ ਭਾਲ। ਜੇ ਤੂੰ ਆਪਣੇ ਅੰਦਰੋਂ ਡਾਕਟਰੀ ਕੱਢ ਸਕਦਾ ਹੈ, ਜੇ ਤੂੰ ਆਪਣੇ ਅੰਦਰੋਂ ਇੱਕ ਪਾਇਲਟ ਨੂੰ ਕੱਢ ਸਕਦਾ ਹੈ, ਜੇ ਤੂੰ ਆਪਣੇ ਅੰਦਰੋਂ ਇੱਕ ਇੰਜੀਨੀਅਰ ਨੂੰ ਕੱਢ ਸਕਦਾ ਹੈ, ਜੇ ਤੂੰ ਆਪਣੇ ਅੰਦਰੋਂ ਇੰਨਾ ਕੁਝ ਕੱਢ ਸਕਦਾ, ਤੇ ਚੰਗੇ ਇਨਸਾਨ ਬਣਨ ਦਾ ਗਿਆਨ ਵੀ ਤੇਰੇ ਅੰਦਰ ਪਿਆ ਹੋਇਆ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਭੀਤਰ ਅਗਨ ਬਨਸਪਤ ਮੌਲੀ। ਜਿਵੇਂ ਬਨਸਪਤੀ ਬਾਹਰੋਂ ਹਰੀ ਹੈ ਪਰ ਉਹਦੇ ਅੰਦਰ ਅੱਗ ਹੈ, ਉਦੋਂ ਤੱਕ ਦਰਖਤ ਨੂੰ ਅੱਗ ਨਹੀਂ ਲੱਗਦੀ ਜਦੋਂ ਤੱਕ ਦਰਖਤ ਦੀ ਟਾਹਣੀ ਦਰਖਤ ਨਾਲੋਂ ਨਾਤਾ ਨਹੀਂ ਤੋੜਦੀ। ਹਰੇ ਦਰਖਤ ਨੂੰ ਅੱਗ ਨਹੀਂ ਲੱਗਦੀ, ਤੇ ਜਿਹੜਾ ਪੱਤਾ ਟਾਹਣੀ ਦਰਖਤ ਨਾਲੋਂ ਲਿੰਕ ਤੋੜ ਦੇਵੇ ਤੇ ਉਹਨੂੰ ਕੋਈ ਸੜਨੋਂ ਬਚਾ ਨਹੀਂ ਸਕਦਾ। ਇੱਦਾਂ ਹੀ ਹਰ ਬੰਦੇ ਦੇ ਅੰਦਰ ਵਿਸ਼ਿਆਂ ਵਕਾਰਾਂ ਦੀ ਅੱਗ ਹੈ। ਉਦੋਂ ਤੱਕ ਉਹ ਮਨੁੱਖ ਵਿਸ਼ਿਆਂ ਵਕਾਰਾਂ ਦੀ ਅੱਗ ਵਿੱਚ ਨਹੀਂ ਸੜਦਾ ਜਦੋਂ ਤੱਕ ਮਨੁੱਖ ਸੱਚ ਨਾਲ ਜੁੜਿਆ ਹੈ। ਜਦੋਂ ਸੱਚ ਨਾਲੋਂ ਨਾਤਾ ਤੋੜ ਗਿਆ, ਇਹਨੂੰ ਕੋਈ ਸੜਨੋਂ ਬਚਾ ਨਹੀਂ ਸਕਦਾ। ਐਸਾ ਨਹੀਂ ਵੀ ਉਹਦੇ ਅੰਦਰ ਅੱਗ ਨਹੀਂ ਹੁੰਦੀ, ਅੱਗ ਹੁੰਦੀ ਆ, ਪਰ ਸੱਚ ਨਾਲ ਜੁੜਨ ਕਰਕੇ ਉਹਨੂੰ ਅੱਗ, ਜਿਵੇਂ ਤੁਸੀਂ ਵੇਖੋ ਆਪਾਂ ਅੱਗ ਲਾਈਏ ਤੇ ਹਰੇ ਦਰਖਤ ਨੂੰ ਅੱਗ ਪਕੜ ਕਰਦੀ ਹੈ। ਅੱਗ ਤੇ ਹੈਗੀ ਉਹਦੇ ਅੰਦਰ, ਪਰ ਹਰਿਆਵਲ ਹੈ ਨਾ ਉਹਦੇ ਅੰਦਰ ਪਾਣੀ ਹੈ, ਧਰਤੀ ਚੋਂ ਰਸ ਲੈ ਰਿਹਾ ਜੇ, ਧਰਤੀ ਨਾਲ ਜੁੜਿਆ ਹੋਇਆ। ਇੱਦਾਂ ਹੀ ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਸੱਚ ਨਾਲ ਜੁੜਿਆ ਹੋਏਗਾ ਤੈਨੂੰ ਵਿਸ਼ਿਆਂ ਵਕਾਰਾਂ ਦੀ ਅੱਗ ਨਹੀਂ ਸਾੜੇਗੀ, ਤੂੰ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਪਾਏਗਾ, ਹਰਿਆਵਲ ਆਏ ਤੇਰੇ ਜੀਵਨ 'ਚ। ਇਸ ਕਰਕੇ ਸੁਣਿਆ ਸਰਾਂ ਗੁਣਾ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ। ਹੁਣ ਮੈਨੂੰ ਪਤਾ ਲੱਗ ਗਿਆ, ਮੈਂ ਕਿਸੇ ਸ਼ੇਖ ਪੀਰ ਪਾਤਸ਼ਾਹ ਇਹਨਾਂ ਦੀ ਅਸਲੀਅਤ ਬਾਰੇ ਪਤਾ ਲੱਗ ਗਿਆ। ਹੁਣ ਮੈਨੂੰ ਵੱਖਰਾ ਹੁਣ ਕੋਈ ਕਹੇ ਜੀ ਇਹ ਪਦਵੀ, ਇਹ ਕੋਈ ਵੱਖਰੀ ਪਦਵੀ ਹੈ? ਨਹੀਂ ਨਹੀਂ ਨਹੀਂ, ਇਹ ਮੈਨੂੰ ਹੁਣ ਸਮਝ ਲੱਗ ਗਈ ਹੈ। ਕੋਈ ਪੀਰਖਾਨਿਆਂ ਦੇ ਤੁਰਿਆ ਫਿਰਦਾ ਹੈ, ਕੋਈ ਕਿਸੇ ਨੂੰ ਮੰਨੀ ਜਾਂਦਾ, ਕਿਸੇ ਨੂੰ ਮੰਨੀ ਜਾਂਦਾ, ਕਿਉਂਕਿ ਬਹੁਤ ਸੋਹਣੇ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਇਹਨਾਂ ਵਿਸ਼ਿਆਂ ਨੂੰ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਅਸੀਂ ਜ਼ਿੰਦਗੀ ਨੂੰ ਕਿੱਦਾਂ ਜਿਉਣਾ ਹੈ। ਪਰ ਸਾਡੀ ਬਦਕਿਸਮਤੀ ਇਹ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਉਹਨਾਂ ਲੋਕਾਂ ਦੇ ਹਵਾਲੇ ਕਰ ਦਿੱਤੇ ਜਿਨ੍ਹਾਂ ਨੇ ਮੂੰਹ ਬੰਨ ਕੇ ਸਿਰਫ ਇਹਨਾਂ ਦੇ ਪਾਠ ਪਠਨ ਕੀਤੇ, ਆਪ ਨਹੀਂ ਪੜ੍ਹੇ। ਇਹ ਮੈਂ ਕਈ ਵਾਰ ਪਹਿਲਾਂ ਵੀ ਕਹਿ ਚੁੱਕਾ, ਪਾਠ ਬਹੁਤ ਹੋ ਗਏ, ਸਮਝ ਲਓ ਹੁਣ ਥੋੜ੍ਹਾ ਜਿਹਾ ਆਪ ਕਰ ਲਓ। ਪੰਜਾਬ 'ਚ ਅਖੰਡ ਪਾਠ ਹੋ ਰਿਹਾ, ਕਰਵਾਉਣ ਵਾਲਾ ਵਿਦੇਸ਼ ਬੈਠਾ, ਅਗਲੇ ਕਿਉਂ ਕਹਿਣਗੇ ਇਹ ਕੰਮ ਬੰਦ ਹੋਵੇ? ਤੁਸੀਂ ਵੇਖੋ ਕਈਆਂ ਨੇ ਸੁਖਣਾ ਸੁਖੀਆਂ ਹੋਣੀਆਂ, ਹੁਣ ਵੀ ਇਸ ਮਹਾਂਮਾਰੀ ਦੇ ਵਿੱਚ ਵੀ ਕਈਆਂ ਨੇ ਸੁਖਣਾ ਸੁਖੀਆਂ ਹੋਣੀਆਂ ਨੇ ਵੀ ਅਸੀਂ ਸੁਖਣਾ ਸੁਖੀਏ, ਸ਼ਾਇਦ ਗੱਲ ਬਣ ਜਾਵੇ। ਉਹ ਭਾਗਾਂ ਵਾਲਿਓ, ਇਹਨਾਂ ਗੱਲਾਂ 'ਚੋਂ ਬਾਹਰ ਨਿਕਲੋ, ਬਾਣੀ ਆਪ ਪੜ੍ਹੋ, ਆਪ ਸਮਝੋ, ਆਪਣਾ ਮਨੋਬਲ ਉੱਚਾ ਚੁੱਕੋ, ਆਪਣੇ ਮਨ ਨੂੰ ਸਟਰੋਂਗ ਕਰੋ, ਆਪਣੇ ਮਨ ਵਿੱਚ ਸੱਚ ਦੀ ਵਿਚਾਰ ਲੈ ਕੇ ਆਓ। ਗੁਰਦੇਵ ਦੀ ਬਾਣੀ ਕਹਿੰਦੇ, ਸੁਣੇ ਸ਼ੇਖ ਪੀਰ ਪਾਤਸ਼ਾਹ ਤੇ ਸੁਣੇ ਅੰਧੇ ਪਾਵੇਂ ਰਾਹ। ਹੁਣ ਸੁਣ ਸਮਝ ਕਰਕੇ ਪਤਾ ਲੱਗ ਗਿਆ ਵੀ ਅੰਨਾ ਬੰਦਾ ਰਾਹ ਕਿੱਦਾਂ ਪਾ ਲੈਂਦਾ, ਅੰਨੇ ਬੰਦੇ ਨੂੰ ਕਿੱਦਾਂ ਰਾਹ ਲੱਭ ਜਾਂਦਾ ਭਲਾ। ਕਿਹੜਾ ਅੰਨਾ ਭਲਾ? ਅੱਜ ਲੋਕ ਆਹ ਆਖਿਆ ਨਹੀਂ ਉਹ ਅੰਨਾ ਨਹੀਂ। ਨੇਤਰਹੀਣ ਬੰਦੇ ਦੀ ਵੀ ਡੈਫੀਨੇਸ਼ਨ ਇੱਕ ਆਪਣੀ ਬਾਣੀ ਦੀ। ਅੰਧੇ ਇਹ ਨਾ ਆਖੀਆਂ, ਬਾਣੀ ਕਹਿੰਦੀ ਉਹਨਾਂ ਨੂੰ ਅੰਨੇ ਨਾ ਕਹੋ। ਮਹਾਰਾਜ ਕਿਹਨਾਂ ਨੂੰ ਕਹਿੰਦੇ, ਜਿਨ ਮੁਖ ਲੋਇਣ ਨਾਹੇ। ਜਿਨ੍ਹਾਂ ਦੇ ਮੁਖ 'ਤੇ ਅੱਖਾਂ ਨਹੀਂ ਹੈਗੀਆਂ ਉਹਨਾਂ ਨੂੰ ਅੰਨੇ ਨਾ ਕਹੋ, ਜਿਹਨਾਂ ਨੂੰ ਦਿਸਦਾ ਨਹੀਂ। ਅੰਧੇ ਸਹੀ ਨਾਨਕਾ ਜੇ ਖਸਮੋਂ ਘੁੱਥੇ ਜਾਹੇ। ਅੰਨੇ ਉਹ ਨੇ ਜਿਹੜੇ ਖਸਮ ਤੋਂ ਘੁੱਥੇ ਹੋਏ ਨੇ, ਜਿਨ੍ਹਾਂ ਦਾ ਖਸਮ ਨਾਲ ਲਿੰਕ ਜੁੜਿਆ ਹੀ ਨਹੀਂ ਕਦੀ। ਖਸਮ ਕੌਣ ਹੈ? ਸੱਚ ਸਭਨਾ ਕਾ ਖਸਮ ਹੈ। ਸੱਚ ਨੂੰ ਵੇਖਣ ਲਈ ਭਲਾ ਇਹਨਾਂ ਅੱਖਾਂ ਦੀ ਲੋੜ ਹੈਗੀ? ਉਹ ਤਾਂ ਕਹਿੰਦੇ ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨਕਾਰੇ ਉਪਦੇਸ਼ ਗਿਆਨ ਅੰਜਨ ਦੀਆ, ਇਹਨੇ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ। ਅਸਾਂ ਖਸਮ ਨੂੰ ਛੱਡ ਦਿੱਤਾ ਤੇ ਦੂਜੇ ਲੱਗੇ। ਦੂਜੇ ਕਿਹਦੇ ਨਾਲ ਲੱਗੇ? ਜੇ ਸੱਚ ਨਾਲੋਂ ਨਾਤਾ ਟੁੱਟੂਗਾ ਤੇ ਕਿਹਦੇ ਨਾਲ ਜੁੜਾਂਗੇ? ਝੂਠ ਨਾਲ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ। ਜਿਹੜਾ ਵਣਜਾਰਾ ਸੱਚ ਦਾ ਵਪਾਰ ਕਰਨ ਆਇਆ ਸੀ ਉਹ ਵਣਜਾਰਾ ਡੁੱਬ ਗਿਆ। ਡੁੱਬੇ ਸੇ ਵਣਜਾਰਿਆ। ਸਤਿਗੁਰੂ ਹੈ ਬੋਹਿਥਾ। ਸਤਿਗੁਰੂ ਜਹਾਜ਼ ਹੈ, ਸਤਿਗੁਰੂ ਬੋਹਿਥਾ ਹੈ। ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ। ਤੇ ਗੁਰਦੇਵ ਪਿਤਾ ਮਹਾਰਾਜ ਕਿੰਨੇ ਪਿਆਰੇ ਬਖਸ਼ਿਸ਼ ਕਰਦੇ ਨੇ, ਕਿੰਨੀਆਂ ਪਿਆਰੀਆਂ ਸਿੱਖਿਆਵਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ। ਜ਼ਿੰਦਗੀ ਨੂੰ ਉੱਚਾ ਚੁੱਕੋ ਭਾਈ। ਹਮ ਅੰਧੁਲੇ ਅੰਧ। ਅੰਨਾ ਕਿੱਦਾਂ? ਇੱਦਾਂ ਅੰਨਾ ਹੈ।
ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ। ਬਿਖ ਵਿੱਚ ਰੱਤਾ ਹੋਇਆ ਬੰਦਾ ਅੰਨਾ ਹੈ। ਅੰਨਾ ਨਹੀਂ ਹੁੰਦਾ, ਅੱਖਾਂ ਤੇ ਹੁੰਦੀਆਂ ਨੇ, ਪਰ ਵਿਸ਼ਿਆਂ ਵਿਕਾਰਾਂ 'ਚ ਅੰਨਾ ਹੋ ਕੇ ਰਿਸ਼ਤੇ ਦਿਸਦੇ ਹੀ ਨਹੀਂ ਉਹਨੂੰ, ਭੈਣ ਭਰਾ ਦਿਸਦੇ ਨਹੀਂ, ਅੰਨੇ ਨਹੀਂ ਹੁੰਦੇ। ਪਤੀ ਪਤਨੀ ਮਾਰ ਦਿੰਦਾ ਹੈ, ਪਤੀ ਪਤਨੀ ਨੂੰ ਕਤਲ ਕਰਦਾ ਹੈ, ਅਤੇ ਪਤਨੀ ਪਤੀ ਨੂੰ। ਕਿੰਨੇ ਘਰ ਤਬਾਹ ਹੋਏ ਇਹਨਾਂ ਗੱਲਾਂ 'ਚ, ਅੰਨੇ ਆ। ਜਦੋਂ ਅੰਦਰ ਅੰਦਰ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਫੈਲਦੀ ਹੈ ਨਾ, ਉਦੋਂ ਦਿਸਦਾ ਕੱਖ ਨਹੀਂ। ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ। ਬਿਖੈ ਬਿਖ ਰਾਤੇ, ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ। ਅਸੀਂ ਅੰਨੇ ਆ ਇਹ ਕੰਮ ਕਰਕੇ, ਬਿਖ ਵਿੱਚ ਰੱਤੇ ਹੋਏ। ਕਿਉਂ ਚੱਲ? ਕਿਵੇਂ ਚੱਲੀਏ? ਗੁਰ ਚਾਲੀ ਗੁਰੂ ਸਜਾਖਾ। ਅਸੀਂ ਅੰਨੇ, ਕਿੱਦਾਂ ਗੱਲ ਬਣੂ? ਕਿੱਦਾਂ? ਕਿਉਂ ਚੱਲ ਗੁਰ ਚਾਲੀ? ਕਹਿੰਦੇ ਇੱਕੋ ਤਰੀਕਾ, ਸਤਿਗੁਰ ਦਇਆ ਕਰੇ ਸੁਖ ਦਾਤਾ। ਸਤਿਗੁਰੂ ਜੀ ਦਇਆ ਕਰਨ, ਸੁੱਖਾਂ ਦੇ ਦਾਤੇ। ਹਮ ਲਾਵਾ ਆਪਨ ਪਾਲੀ। ਅਸੀਂ ਸਾਨੂੰ ਆਪਣੇ ਪੱਲੇ ਨਾ ਲਾਵੇ, ਫੇਰ ਸ਼ਾਇਦ ਅਸੀਂ ਇਸ ਸਾਗਰ ਨੂੰ ਪਾਰ ਕਰ ਸਕੀਏ। ਸਤਿਗੁਰ ਵਿਟੋਂ ਵਾਰਿਆ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ। ਜਿਤ ਮਿਲਿਆ ਖਸਮ ਸੰਭਾਲਿਆ। ਜਿਹਨੂੰ ਮਿਲ ਕੇ ਮੈਂ ਆਪਣੇ ਖਸਮ ਨੂੰ ਸੰਭਾਲਿਆ। ਹੁਣ ਖਸਮ ਕੀ ਸੀ? ਚੇਤਾ ਰੱਖਿਓ, ਸੱਚ। ਅਤੇ ਹਰ ਚੀਜ਼ ਨੂੰ ਸੰਭਾਲਣ ਲਈ ਪ੍ਰਬੰਧ ਵੱਖਰਾ ਵੱਖਰਾ ਹੁੰਦਾ। ਘਰ 'ਚ ਕੱਪੜਾ ਸੰਭਾਲਣ ਲਈ ਸੂਟਕੇਸ ਹੁੰਦੇ ਨੇ, ਹੈਂਗਰ ਹੁੰਦੇ ਨੇ, ਅਲਮਾਰੀਆਂ ਹੁੰਦੀਆਂ ਨੇ। ਤੁਸੀਂ ਆਟੇ ਨੂੰ ਸੰਭਾਲਣ ਲਈ ਡੱਬੇ ਹੁੰਦੇ ਨੇ, ਘਿਓ ਨੂੰ ਸੰਭਾਲਣ ਲਈ ਵੀ ਵੱਖਰੇ ਡੱਬੇ ਲਾਏ ਹੁੰਦੇ ਨੇ। ਜਿੰਨਾ ਵੀ ਘਰ 'ਚ ਗਰੋਸਰੀ ਜੋ ਵੀ ਪਈ ਹੈ, ਹੁਣ ਸੱਚ ਨੂੰ ਸੰਭਾਲਣ ਨੂੰ ਕਿਹੜਾ ਭਾਂਡਾ ਚਾਹੀਦਾ? ਸੁਣਿਓ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ। ਹਾਣ ਹੱਟ ਕਰ ਆਰਜਾ, ਆਪਣੀ ਬੀਤ ਰਹੀ ਉਮਰ ਨੂੰ ਦੁਕਾਨ ਬਣਾ ਲਾ। ਸੱਚ ਨਾਮ ਕਰ ਵੱਥ, ਸੱਚੇ ਨਾਮ ਨੂੰ ਸੌਦਾ ਬਣਾ ਲਾ। ਅਤੇ ਕਿੰਨੇ ਪਿਆਰੇ ਸ਼ਬਦ ਵਰਤੇ, ਹਾਣ ਹੱਟ ਕਰ ਆਰਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡਸਾਲ। ਅਤੇ ਸੁਰਤ ਨੂੰ ਮਰਦਬਾਨ ਬਣਾ ਲਾ। ਪਿੰਡਾਂ 'ਚ ਦੁਕਾਨਾਂ ਹੁੰਦੀਆਂ ਸੀ ਨਾ ਪਹਿਲਾਂ, ਅੱਗੇ ਉਹ ਮਰਦਬਾਨ ਹੁੰਦੇ ਸੀ। ਮਖਾਣੇ ਪਏ ਬਾਹਰੋਂ ਦਿਸਣੇ, ਫੁੱਲੀਆਂ ਪਈਆਂ ਬਾਹਰੋਂ ਦਿਸਣੀਆਂ, ਖੰਡ ਪਈ ਬਾਹਰੋਂ ਦਿਸਣੀ। ਕਹਿੰਦੇ ਆਪਣੀ ਸੁਰਤ ਨੂੰ ਭਾਂਡਾ ਬਣਾ ਲਾ, ਸੱਚ ਨੂੰ ਵਿੱਚ ਵਸਤੂ ਬਣਾ ਲਾ। ਸੁਰਤ ਸੋਚ ਕਰ ਭਾਂਡਸਾਲ, ਅਤੇ ਤਿਸ ਵਿੱਚ ਤਿਸ ਨੂੰ ਰੱਖ। ਅਤੇ ਵਣਜਾਰਿਆਂ ਸੀ ਉਹ ਵਣਜ ਕਰ, ਜਿਹਨੂੰ ਆਪਾਂ ਕਹਿੰਦੇ ਸਹੀ ਪਿਆਰੇ ਮਿਲ ਜਿਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਵਣਜਾਰਿਆਂ ਸੋ ਵਣਜ ਕਰ। ਅਤੇ ਕੀ ਕਰਿਆ? ਲੈ ਲਾਹਾ ਮਨ ਹੱਸ, ਨਾਨਕ ਭਗਤਾਂ ਸਦਾ ਵਿਗਾਸ। ਜਦੋਂ ਦੁਕਾਨਦਾਰ 4 ਪੈਸੇ ਵੱਧ ਕਮਾ ਕੇ ਆਵੇ ਅਤੇ ਸ਼ਾਮਾਂ ਨੂੰ ਇੱਦਾਂ ਖੁਸ਼ੀ ਜਿਹੀ ਨਹੀਂ ਹੁੰਦੀ ਥੋੜ੍ਹੀ ਜਿਹੀ? ਬਸ ਜਦੋਂ ਜ਼ਿੰਦਗੀ 'ਚ ਮੈਂ ਸੱਚੇ ਨਾਮ ਦਾ ਸੌਦਾ ਆਪਣੀ ਸੁਰਤ ਰੂਪੇ ਭਾਂਡੇ 'ਚ ਪਾਊਂਗਾ, ਸਦਾ ਹੀ ਖੇੜਾ ਬਣਿਆ ਰਹੂ, ਸਦਾ ਹੀ ਵਿਗਾਸ, ਸਦਾ ਹੀ ਚਾਅ ਬਣਿਆ ਰਹੂਗਾ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਜਿਹਨੇ ਉਪਦੇਸ਼ ਦੇ ਕੇ ਗਿਆਨ ਦਾ ਅੰਜਨ ਦਿੱਤਾ। ਅੰਜਨ ਹੁੰਦਾ ਸੁਰਮਾ। ਸੁਰਮਾ ਕੱਚ ਪੈਂਦਾ ਅੱਖ 'ਚ, ਅਤੇ ਇੱਥੇ ਅੱਖ ਕੀ ਹੈ? ਸੁਰਤ। ਸੁਰਤ ਦੀ ਅੱਖ 'ਚ ਕੀ ਪਊਗਾ? ਗਿਆਨ ਦਾ ਸੁਰਮਾ। ਗਿਆਨ ਦਾ ਸੁਰਮਾ ਸੁਰਤ ਦੀ ਅੱਖ 'ਚ ਪਊਗਾ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਹੁਣ ਜਦੋਂ ਗਿਆਨ ਦਾ ਸੁਰਮਾ ਸੁਰਤ ਦੀ ਅੱਖ 'ਚ ਪਾਤਾ, ਇਹਨੀ ਨੇਤਰੀ ਜਗਤ ਨਿਹਾਲਿਆ। ਹੁਣ ਸੁਰਤ ਦੀ ਅੱਖ ਨਾਲ ਜਗਤ ਨੂੰ ਵੇਖ ਲਿਆ। ਕੀ ਵੇਖ ਲਿਆ? ਵੀ ਖਸਮ ਛੋੜ। ਵੀ ਜਿਹਨੇ ਜਿਹਨੇ ਖਸਮ ਛੱਡਿਆ ਵਾ, ਜਿਹਨੇ ਜਿਹਨੇ ਸੱਚ ਨਾਲੋਂ ਲਿੰਕ ਤੋੜਿਆ ਵਾ, ਖਸਮ ਛੋੜ। ਦੂਜੇ ਲੱਗੇ, ਦੂਜੇ ਨਾਲ ਜੁੜ ਗਏ, ਝੂਠ ਨਾਲ ਜੁੜ ਗਏ, ਅਤੇ ਡੁੱਬੇ। ਉਹ ਡੁੱਬ ਗਏ। ਸੇ ਵਣਜਾਰਿਆ। ਆਇਆ ਵਣਜਾਰਾ ਕੁਝ ਹੋਰ ਲੈਣ ਸੀ, ਇਹ ਕੁਝ ਹੋਰ ਆਇਆ ਸੀ। ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ। ਤੈਸੀ ਵਸਤ ਵਸਾਈ ਹੈ, ਜੈਸੀ ਨਿਭੈ ਨਾਲ। ਅੱਗੇ ਸਾਸ ਜਾਣ ਹੈ, ਲੈ ਸੀ ਵਸਤ ਸੰਭਾਲ। ਆਇਆ ਤੇ ਇਹ ਲੈਣ ਸੀ, ਤਾਂ ਹੀ ਮਹਾਰਾਜ ਨੇ ਕਿਹਾ ਸੀ, ਜਿੰਨਾ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁੱਖ ਹੋਏ। ਜਿਨ੍ਹਾਂ ਕੋਲ ਸੱਚ ਦਾ ਸੌਦਾ ਹੀ ਹੈ ਨਹੀਂ, ਸੱਚ ਦੀ ਰਾਸ ਹੀ ਹੈ ਨਹੀਂ। ਕੋਈ ਕਾਰੋਬਾਰ ਸ਼ੁਰੂ ਕਰਨਾ ਹੋਵੇ ਤਾਂ ਰਾਸ ਪੂੰਜੀ ਹੁੰਦੀ ਹੈ ਨਾ, ਸ਼ੁਰੂ ਕਰਨ ਵਾਸਤੇ ਰਾਸ। ਜਿਨ੍ਹਾਂ ਕੋਲ ਰਾਸ ਹੀ ਸੱਚ ਦੀ ਨਹੀਂ ਹੈਗੀ, ਕਿਉਂ? ਕੁਐਸਚਨ ਲਾਤਾ, ਕੁਐਸਚਨ ਮਾਰਕ ਲਾਤਾ ਇੱਦਾਂ। ਇਹ ਤਾਂ ਕਿਉਂ ਤਿੰਨਾ ਸੁੱਖ ਹੋਏ? ਕਿੱਦਾਂ ਸੁੱਖ ਹੋ ਜੂ ਵੀ ਉਹਨਾਂ ਨੂੰ? ਖੋਟੇ ਵਣਜ ਵਣਜੇ ਹੈ। ਜਦੋਂ ਜ਼ਿੰਦਗੀ 'ਚ ਹੈ ਹੀ ਖੋਟ ਹੈ, ਅਤੇ ਮਨ ਤਨ ਖੋਟਾ ਹੋਏ, ਫਿਰ ਤਾਂ ਮਨ ਵੀ ਖੋਟਾ ਹੋ ਗਿਆ ਅਤੇ ਤਨ ਵੀ ਖੋਟਾ ਹੋ ਗਿਆ। ਜਿਵੇਂ ਆਪਾਂ ਪਹਿਲੇ ਵਿਸ਼ਿਆਂ 'ਚ ਕਰ ਆਏ ਹਾਂ, ਵੀ ਜਦੋਂ ਮਨ ਵਿੱਚ ਕੋਈ ਵਿਕਾਰ ਆਉਂਦਾ ਨਾ, ਅਤੇ ਤਨ ਮੁੜ ਕੇ ਉਹਨੂੰ ਫਿਰ ਅਮਲੀ ਰੂਪ ਦਿੰਦਾ। ਮਨ 'ਚ ਆਇਆ ਚੋਰੀ ਕਰਨੀ ਹੈ, ਕਰਨੀ ਤਾਂ ਹੱਥਾਂ ਨਹੀਂ ਹੈ। ਮਨ ਆਪਣੇ ਆਪ ਚੋਰੀ ਕਿੱਦਾਂ ਕਰ ਲੂ? ਆਪਣੇ ਆਪ ਮਨ, ਹੁਣ ਮਨ 'ਚ ਆਇਆ ਮੈਂ ਫਲਾਣੇ ਘਰ ਚੋਰੀ ਕਰਨ ਜਾਣਾ, ਆਪਣੇ ਆਪ ਮਨ ਕਿੱਦਾਂ ਚੱਲ ਜੂ? ਜਾਣਾ ਤਾਂ ਤਨ ਨੇ। ਚੋਰੀ ਤਾਂ ਹੱਥਾਂ ਨੇ ਕਰਨੀ, ਜਾ ਕੇ ਲੋਕ ਤਾਂ ਹੱਥਾਂ ਨੇ ਤੋੜਨਾ। ਤਨ ਦੀ ਸਮੂਲੀਅਤ ਤੋਂ ਬਿਨਾਂ ਚੋਰੀ ਨਹੀਂ ਹੋ ਸਕਦੀ। ਅਪਰਾਧ ਬਣਨਾ ਹੀ ਉਦੋਂ ਆ, ਨਹੀਂ ਤਾਂ ਸਿਰਫ ਪਾਪ ਰਹਿ ਜਾਣਾ। ਪਾਪ ਮਨ ਦੇ ਤਲ 'ਤੇ ਹੁੰਦਾ। ਅਤੇ ਤਾਂ ਹੀ ਬਾਣੀ ਨੇ ਆਖਿਆ, ਅਪਰਾਧ ਕਰਨਾ ਤੇ ਬਹੁਤ ਦੂਰ, ਤੂੰ ਪਾਪ ਵੀ ਨਾ ਕਰੀ, ਮਾੜਾ ਸੋਚੀ ਵੀ ਨਾ। ਮਾੜੀ ਸੋਚ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢ। ਗੁਰਦੇਵ ਜੀ ਕਹਿੰਦੇ ਨੇ, ਸੁਣਿਆ ਅੰਧੇ ਪਾਵੇਂ ਰਾਹ, ਸਮਝਣ ਕਰਕੇ, ਸੁਣ ਕਰਕੇ ਪਤਾ ਲੱਗ ਗਿਆ ਵੀ ਅੰਨਾ ਰਾਹ ਕਿੱਦਾਂ ਪਾਉਂਦਾ, ਅੰਨੇ ਨੂੰ ਰਾਹ ਕਿੱਦਾਂ ਲੱਭਦਾ, ਅੰਨਾ ਕਿੱਦਾਂ ਤੁਰਦਾ। ਆਪਣੇ ਸੱਚ ਦੇ ਨਾਲ
ਗਲ ਵਕੜੀ ਪਾ ਕੇ ਉਹਦੇ ਕੋਲ ਅੱਖਾਂ ਆ ਜਾਂਦੀਆਂ ਫਿਰ ਕਿਹੜੀਆਂ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਉਹ ਸੁਰਤ ਦੀਆਂ ਅੱਖਾਂ ਨਾਲ ਵੇਖਦਾ ਫਿਰ। ਨਾਨਕ ਕਹੇ ਸਿਆਣੀਏ ਏਮ ਇੱਦਾਂ ਕੰਤ ਮਿਲਾਵਾ ਹੋਏ। ਸੁਣਿਆਂਦੇ ਪਾਵੇਂ ਰਾਹ ਤੇ ਸੁਣਿਆ ਹਾਥ ਹੋਵੇ। ਹਾਥ ਦਾ ਅਰਥ ਕੀ ਹੁੰਦਾ? ਸਮਝ, ਅਸਲੀਅਤ ਦਾ ਪਤਾ ਲੱਗ ਜਾਣਾ, ਹੱਥ ਆ ਜਾਣੀ ਚੀਜ਼, ਅਸਲੀਅਤ ਤੱਕ ਬੰਦੇ ਦੀ ਪਹੁੰਚ ਹੋ ਜਾਣੀ। ਸੁਣੇ ਹਾਥ ਹੋਵੇ ਅਸਗਾ। ਅਸਗਾ ਕਹਿੰਦੇ ਨੇ ਇਹ ਸੰਸਾਰ ਸਮੁੰਦਰ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੁਣ। ਕਿੱਦਾਂ? ਸੱਚ ਨਾਲ ਸਮਝਣ, ਸੱਚ ਨਾਲ ਸੁਰਤ ਜੋੜਨ ਕਰਕੇ ਹੁਣ ਮੈਨੂੰ ਦੁਨੀਆ ਦੀ ਅਸਲੀਅਤ ਦਾ ਵੀ ਪਤਾ ਲੱਗ ਗਿਆ ਵੀ ਨਾਨਕ ਦੁਨੀਆ ਕੈਸੀ ਹੋਈ। ਹੇ ਨਾਨਕ ਦੁਨੀਆ ਕਿੱਦਾਂ ਦੀ ਹੈ? ਸਾਲਕ ਮਿੱਤਰ ਰਹੇ ਹੋ ਕੋਈ ਉਹ ਮਿੱਤਰ ਦਿਖਦਾ ਹੀ ਨਹੀਂ ਜਿਹਦੇ ਉੱਤੇ ਮਾਣ ਕਰਕੇ ਜੀਵਨ ਉੱਚਾ ਚੁੱਕ ਸਕੀਏ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨ ਰਹਿਓ ਕੋਈ, ਭਾਈ ਬੰਦੀ ਹੇਤ ਚਕਾਇਆ। ਇਹਨਾਂ ਦੇ ਪਿੱਛੇ ਲਾ ਕੇ ਆਪਣੇ ਅੰਦਰੋਂ ਸੱਚ ਦਾ ਹੇਤ ਹੀ ਖਤਮ ਕਰ ਲਿਆ, ਸੱਚ ਨਾਲ ਲਿੰਕ ਹੀ ਤੋੜ ਬੈਠਾ ਤੇ ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਦੇ ਨਾਲ ਜੁੜ ਕੇ, ਦੁਨੀਆ ਦਾ ਅਰਥ ਇਹ ਨਹੀਂ ਵੀ ਪਰਿਵਾਰ ਨਾਲ ਨਹੀਂ ਜੁੜਨਾ, ਬੱਚਿਆਂ ਨਾਲ ਨਹੀਂ ਜੁੜਨਾ, ਸਮਾਜ ਵਿੱਚ ਕੰਮ ਨਹੀਂ ਕਰਨੇ ਆ, ਪਰ ਇੱਦਾਂ ਰਹਿ ਕੇ ਅੰਜਨ ਮਾਏ ਨਿਰੰਜਨ ਰਹੀਏ। ਰਹਿਣਾ ਅੰਜਨ 'ਚ, ਪਰ ਸੁਰਤ ਨਿਰੰਜਨ ਨਾਲ ਜੋੜ ਕੇ ਰੱਖਣੀ ਆ। ਜੈਸੇ ਜਲ ਮੈਂ, ਸਿੱਧਾ ਨੇ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੂੰ। ਸਿੱਧ ਕਹਿੰਦੇ ਮਹਾਰਾਜ ਦੁਨੀਆ ਸਾਗਰ ਦੁਤਾਰ ਕਹੀ ਹੈ, ਦੁਨੀਆ ਤੇ ਨਾ ਤਰਿਆ ਜਾਣ ਵਾਲਾ ਸਾਗਰ ਹੈ, ਕਿਉਂ ਕਰ ਪਾਈਏ ਪਾਰੋ, ਇਹਨੂੰ ਪਾਰ ਕਿੱਦਾਂ ਲੰਘਾਂਗੇ? ਮਹਾਰਾਜ ਅੱਗੇ ਫਿਰ ਜਵਾਬ ਦਿੰਦੇ, ਚਰਪਟ ਬੋਲੇ ਉਦੂ ਨਾਨਕ ਦੇ ਸੱਚਾ ਵਿਚਾਰੋ। ਉਹ ਜੋਗੀ ਕਹਿੰਦਾ ਮਹਾਰਾਜ ਨੂੰ ਵੀ ਜਵਾਬ ਦਿਓ ਮਹਾਰਾਜ, ਇਹ ਦੁਨੀਆ ਸਾਗਰ ਕਿੱਦਾਂ ਤਰਿਆ ਜਾਊਗਾ? ਮਹਾਰਾਜ ਅੱਗੋਂ ਕਹਿੰਦੇ ਆਪੇ ਆਖੇ ਆਪੇ ਸਮਝੇ। ਜਵਾਬ ਉਹਨੂੰ ਦੇਈਦਾ ਜਿਹਨੂੰ ਨਾ ਪਤਾ ਹੋਵੇ। ਤੁਹਾਨੂੰ ਸਾਰਾ ਕੁਝ ਪਤਾ, ਆਪੇ ਆਖੇ ਆਪੇ ਸਮਝੇ। ਤਿਸ ਕਿਆ ਉੱਤਰ ਦੀਜੇ, ਉੱਤਰ ਉਹਨੂੰ ਦੇਈਦਾ ਜਿਹਨੂੰ ਨਾ ਪਤਾ ਹੋਵੇ। ਤੁਹਾਨੂੰ ਤਾਂ ਸਾਰਾ ਪਤਾ, ਪਰ ਫਿਰ ਵੀ ਜੇ ਪੁੱਛਣਾ ਚਾਹੁੰਦੇ ਹੋ ਤਾਂ ਸੁਣੋ, ਸੱਚ ਕਹੋ, ਸੱਚ ਨੂੰ ਕਹੋ, ਸੱਚ ਨਾਲ ਸਾਂਝ ਪਾਓ, ਤੁਮ ਪਾਰਗ੍ਰਾਮੀ, ਤੁਸੀਂ ਪਾਰ ਹੋ ਜਾਓਗੇ। ਤੁਝ ਕਿਆ ਬੈਸਣ ਦੀਜੇ, ਜੈਸੇ ਜਲ ਮੈਂ ਕਮਲ ਨਰਾਲਮ। ਜਿੱਦਾਂ ਪਾਣੀ 'ਚ ਚਿੱਕੜ 'ਚ ਰਹਿ ਕੇ ਕਮਲ ਫੁੱਲ ਆਪਣੇ ਪੱਤਿਆਂ ਨੂੰ ਚਿੱਕੜ ਤੋਂ ਬਚਾ ਕੇ ਰੱਖਦਾ। ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨਾ ਛਾਣੇ, ਜਿਵੇਂ ਮੁਰਗਾਬੀ ਆਪਣੇ ਖੰਭਾਂ ਨੂੰ ਪਾਣੀ ਤੋਂ ਬਚਾ ਕੇ ਰੱਖਦੀ ਹੈ। ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨਾ ਛਾਣੇ। ਸੁਰਤ ਸ਼ਬਦ ਭਵ ਸਾਗਰ ਤਰੀ, ਆਪਣੀ ਸੁਰਤ ਨੂੰ ਸਿੱਖ ਨੇ ਸ਼ਬਦ ਨਾਲ ਜੋੜ ਕੇ ਇਹ ਸੰਸਾਰ ਵਿੱਚ ਰਹਿ ਕੇ ਬੁਰਿਆਂ ਕੰਮਾਂ ਤੋਂ ਬਚ ਕੇ ਰਹਿਣਾ। ਸੁਰਤ ਸ਼ਬਦ ਭਵ ਸਾਗਰ ਤਰੀ, ਨਾਨਕ ਨਾਮ ਖਾਣੇ ਰਹੇ ਇਕਾਂਤ ਏਕੋ ਮਨ ਵਸਿਆ। ਆਸਾ ਮਾਹਿ ਨਿਰਾਸੋ। ਇਕਾਂਤ ਰਹਿਣ ਦਾ ਅਰਥ ਕੀ ਜੰਗਲ ਚਲ ਜਾਓ? ਨਹੀਂ, ਪਰਿਵਾਰ 'ਚ ਰਹਿ ਕੇ ਇਕਾਂਤ ਰਹਿਣ ਦਾ ਅਰਥ ਕੀ ਆ? ਆਪਣੇ ਮਨ ਨੂੰ ਦਾਗ ਨਹੀਂ ਲੱਗਣ ਦੇਣਾ ਸਿੱਖ ਨੇ। ਸੁਣਿਆ ਹਾਥ ਹੋਵੇ ਅਸਗਾ, ਉਹਨੂੰ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗ ਗਿਆ। ਉਹਨੂੰ ਇਹ ਸੰਸਾਰ ਪਤਾ ਲੱਗ ਗਿਆ, ਸੰਸਾਰ 'ਤੇ ਕਿਹੜੀ ਕਿਹੜੀ ਚੀਜ਼ ਬੰਦੇ ਦੀ ਜ਼ਿੰਦਗੀ 'ਚ ਰੁਕਾਵਟ ਆ, ਜਿਹੜੀ ਇਹਨੂੰ ਸੱਚ 'ਤੇ ਤੁਰ ਨਹੀਂ ਦਿੰਦੀ। ਮੈਂ ਭਗਤ ਕਿੱਦਾਂ ਬਣਨਾ, ਮੈਂ ਕਿੱਦਾਂ ਕਾਟਾ ਵਕਾ ਡੂੰਗਰ ਕਣਾ ਕਿ ਨਿਰਗੁਣ ਬੈਲ ਹਮਾਰ ਰਮਈਏ ਸਿਉ ਕਿ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਹਉ ਬਣਜਾਰੋ ਰਾਮ ਕੋ ਸਹਿਜ ਕਰੋ ਵਪਾਰ। ਪਤਾ ਲੱਗ ਗਿਆ, ਹਉ ਬਣਜਾਰੋ ਰਾਮ ਕੋ ਸਹਿਜ ਕਰੋ ਵਪਾਰ। ਮੈਂ ਰਾਮ ਨਾਮ ਧਨ ਲਾਦਿਆ ਤੇ ਬਿਖ ਲਾਦੀ ਸੰਸਾਰ। ਸੁਣੇ ਹਾਥ ਹੋਵੇ ਅਸਗਾ। ਹੱਥ ਕਿਸੇ ਚੀਜ਼ ਨੂੰ ਹੱਥ ਵਿੱਚ ਲੈ ਆਉਣਾ, ਅਸਲੀਅਤ ਦਾ ਪਤਾ ਲੱਗ ਜਾਣਾ। ਹਾਥ ਹੋਵੇ ਅਸਗਾ, ਇਹ ਸੰਸਾਰ ਸਮੁੰਦਰ ਦੀ ਅਸਲੀਅਤ ਦਾ ਪਤਾ ਲੱਗ ਗਿਆ। ਕਿੱਦਾਂ? ਸੱਚ ਨਾਲ ਸੁਰਤ ਜੋੜਨ ਕਰਕੇ। ਇਹ 8 ਨੰਬਰ 9 ਨੰਬਰ ਤੇ 10 ਨੰਬਰ ਤੇ 11 ਨੰਬਰ, ਇਹ ਚਾਰੇ ਪੌੜੀਆਂ ਦੀਆਂ ਅਖੀਰਲੀਆਂ ਤੁਕਾਂ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ। ਗੁਰਦੇਵ ਜੀ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਫਿਰ ਗੱਲ ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਇੱਥੇ ਸੁਣਨ ਦਾ ਅਰਥ ਹੈ ਸਮਝਣਾ। ਇਕੱਲਾ ਕੰਨਾਂ ਨਾਲ ਮੈਂ ਗੱਲ ਸੁਣ ਲਈ ਇੱਥੇ ਨਿਬੜ ਨਹੀਂ ਜਾਂਦੀ। ਸੁਣਨ ਦਾ ਅਰਥ ਹੈ ਸਮਝਣਾ। ਸੁਣੇ, ਜਿਹਨੇ ਗੱਲ ਸੁਣ ਲਈ, ਸਮਝ ਲਈ, ਜੇ ਗੱਲ ਸੁਣ ਸਮਝ ਲਈ ਜਾਏ ਤਾਂ ਫਿਰ ਆਹ ਗੱਲ ਹੁੰਦੀ, ਫਿਰ ਖੇੜਾ ਆ ਜਾਂਦਾ, ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ। ਹੁਣ ਇਹ ਤੋਂ ਬਾਅਦ ਅੱਗੇ ਗੱਲ ਆਊਗੀ, ਜਿਹਨੇ ਸਮਝ ਲਿਆ ਨਾ ਉਹਨਾਂ ਨੂੰ ਆਪਾਂ ਕਹੀਏ ਮੰਨ ਵੀ ਨਾ। ਸਮਝ ਲਈ ਤੂੰ, ਹੁਣ ਮੰਨ ਵੀ। ਸਮਝ ਤੋਂ ਬਾਅਦ ਮੰਨਣ 'ਤੇ ਤੁਰਨ, ਨਿਬੇੜਾ ਮੰਨਣ 'ਤੇ ਆਣ ਕੇ ਹੋਣਾ। ਸੰਤੋਖ ਬਾਰੇ ਪਤਾ ਲੱਗ ਗਿਆ, ਸੱਤ ਬਾਰੇ ਪਤਾ ਲੱਗ, ਕਰੈਕਟਰ ਬਾਰੇ ਪਤਾ ਲੱਗ ਗਿਆ ਨਾ, ਗਿਆਨ ਬਾਰੇ ਪਤਾ ਲੱਗ ਗਿਆ। ਆਪਾਂ ਹੁਣ ਚਾਰੇ ਪੌੜੀਆਂ ਦਾ ਸਾਰਾਂਸ਼ ਵੇਖ ਲੈਣੇ। ਤੈਨੂੰ ਈਸ਼ਰ, ਜੋਗੀ, ਸਿੱਧਾਂ, ਪੀਰਾਂ ਬਾਰੇ ਪਤਾ ਲੱਗ ਗਿਆ? ਹਾਂਜੀ ਲੱਗ ਗਿਆ ਜੀ। ਤੈਨੂੰ ਪਤਾ ਲੱਗ ਗਿਆ 68 ਤੀਰਥਾਂ ਬਾਰੇ? ਹਾਂਜੀ ਪਤਾ ਲੱਗ ਗਿਆ ਜੀ। ਸੱਤ ਸੰਤੋਖ ਗਿਆਨ ਬਾਰੇ ਪਤਾ ਲੱਗ ਗਿਆ ਜੀ। ਕਹਿੰਦੇ ਹੁਣ ਇਕੱਲਾ ਪਤਾ ਲੱਗਣ 'ਤੇ ਨਾ ਰਹੀ, ਹੁਣ ਇਹਨੂੰ ਜ਼ਿੰਦਗੀ 'ਚ ਲਾਗੂ ਕਰਨ ਵਾਲੇ ਬੰਨੇ ਵੀ ਤੁਰਨਾ ਹੈ, ਤਾਂ ਜਾ ਕੇ ਜ਼ਿੰਦਗੀ 'ਚ ਖੇੜ ਆਏਗਾ। ਫਿਰ ਇਸ ਤੋਂ ਬਾਅਦ ਆਪਾਂ ਅੱਗੇ ਜਿਹੜੀਆਂ ਚਾਰ ਪੌੜੀਆਂ ਜਿਨ੍ਹਾਂ 'ਚ ਮੰਨਣ ਦੀ ਗੱਲ ਹੈ
ਉਹ ਆਪਾਂ ਵਿਚਾਰ ਸਾਂਝੇ ਕਰਾਂਗੇ। ਆਪਾਂ ਕੋਸ਼ਿਸ਼ ਕਰੀਏ ਨਾਲ ਨਾਲ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਇਹ ਅਰਥ ਭਾਵ ਆਪਣੀ ਜ਼ਿੰਦਗੀ 'ਚ ਪੜ੍ਹਦੇ ਵਿਚਾਰਦੇ ਜਾਈਏ, ਆਪਣੇ ਬੱਚਿਆਂ ਨਾਲ ਸਾਂਝੇ ਕਰਦੇ ਜਾਈਏ, ਤਾਂ ਕਿ ਬੱਚੇ ਇੰਜੀਨੀਅਰ, ਡਾਕਟਰ, ਕਿਸੇ ਵੱਡੇ ਅਹੁਦੇ 'ਤੇ ਜਾਣ, ਪਰ ਉਹਨਾਂ ਨੂੰ ਗੁਰਮਤਿ ਜ਼ਰੂਰ ਆਵੇ। ਉਹ ਗੁਰਮਤਿ, ਉਹ ਮਾਣ ਮਹਿਸੂਸ ਕਰਨ ਆਪਣੇ ਆਪ ਨੂੰ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਵਾਰਸ ਹਾਂ, ਜਿਨ੍ਹਾਂ ਨੇ ਸਾਨੂੰ ਐਡਾ ਉੱਚਾ ਸੁੱਚਾ ਇਹ ਗਿਆਨ, ਜੀਵਨ, ਕਿਰਦਾਰ ਬਖਸ਼ਿਸ਼ ਕੀਤਾ ਹੈ। ਸਾਰਿਆਂ ਦਾ ਧੰਨਵਾਦ ਜੋ ਤੁਸੀਂ ਰੋਜ਼ ਸਮਾਂ ਕੱਢ ਕੇ ਇਹ ਲੜੀਵਾਰ ਜਿਹੜੀ ਜਪ ਬਾਣੀ ਦੀ ਵਿਚਾਰ ਚੱਲ ਰਹੀ ਹੈ ਆਪਾਂ ਸਰਵਣ ਕਰ ਰਹੇ ਹਾਂ। ਆਓ ਇੰਨੇ ਕੁ ਬਚਨ ਪ੍ਰਵਾਨ ਕਰਨੇ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।